KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:15 ਹੋਏ ਨੇ। 5 ਜਨਵਰੀ ਦਾ ਦਿਨ ਹੈ, ਵਰਾ 2021 ਦਾ, ਮੰਗਲਵਾਰ ਹੈ। ਨਿੱਘਾ ਹਾਰਦਿਕ ਸਵਾਗਤ ਹੈ ਜੀ। 23 ਪੋਹ ਹੈ ਜੀ, ਨਾਨਕ ਸੰਮਤ 552। ਸਾਰਿਆਂ ਦਾ ਸਵੇਰੇ ਵੀ ਵਧਾਈਆਂ ਦਿੱਤੀਆਂ। ਫੇਰ ਸਾਹਿਬ ਆਲਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਅੱਜ ਦੀ ਇਸ ਲੋਕ ਸੱਥ ਦੇ ਵਿੱਚ ਹਫ਼ਤੇ ਬਾਅਦ ਲੋਕ ਸੱਥ ਸੱਜ ਰਹੀ ਹੈ। ਇੱਕ ਸ਼ੁੱਕਰਵਾਰ ਦੀ ਛੁੱਟੀ ਸੀ ਤੇ ਬੁੱਧਵਾਰ ਤੇ ਵੀਰਵਾਰ ਸੌਦਾ ਪੱਤਾ ਵਿਕਣ ਲੱਗ ਗਿਆ। ਬੁੱਧਵਾਰ ਮੈਂ ਤਿਆਰੀ ਕਰ ਲਈ ਕਹਾਣੀ ਦੀ, ਮੈਨੂੰ ਪਤਾ ਨਹੀਂ ਸੀ। ਕੱਲ ਫਿਰ ਦੂਸਰੇ ਬੰਨੇ ਪੱਤਰੀਆਂ ਫੋਲਣ ਲੱਗੇ ਸੀ ਇੱਕ ਦੂਜੇ ਦੀਆਂ। ਤੇ ਅੱਜ ਹੁਣ ਤੁਹਾਨੂੰ ਲੋਕ ਸੱਥ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਸਾਡੇ ਇਹਨਾਂ ਪੜ੍ਹੇ ਲਿਖੇ ਇਲੈਕਟਡ ਅਫੀਸ਼ੀਅਲ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ, ਚਾਹੇ MP ਨੇ ਚਾਹੇ MLA ਨੇ, ਉਹਨਾਂ ਦੀ ਜਵਾਬਦੇਹੀ, ਉਹ ਜਵਾਬਦੇਹ ਕਿਹੜੀ ਚੀਜ਼ ਤੇ ਇਸ ਤੇ ਗੱਲਬਾਤ ਆਪਾਂ ਕਰਨੀ ਹੈ। ਗੱਲ ਇਹ ਹੋ ਗਈ ਕਿ ਜਿਹੜੇ ਚਲੇ ਗਏ ਨਾ ਘੁੰਮਣ ਫਿਰਨ, ਉਹਨਾਂ ਦੇ ਅਸਤੀਫੇ ਠਾ ਡਿੱਗ ਰਹੇ ਨੇ। 20 ਦੀ ਕੋਈ ਲਿਸਟ ਆਟਵਾ ਦੇ ਵਿੱਚ ਹਲੇ ਹੋਰ ਤਿਆਰ ਹੋ ਰਹੀ ਹੈ, 20 ਦੇ ਕਰੀਬ ਲੱਭ ਲਏ ਹੋਰ। ਤੇ ਇਸ ਤੇ ਮਤਲਬ ਇਸ ਨੂੰ ਤੇ ਆਪਾਂ ਪਿਛਲੇ ਦੇਸ਼ ਦੀ ਗੱਲਬਾਤ ਕਰਾਂਗੇ ਜਿੱਥੇ ਕਾਤਲ 55%, ਬਲਾਤਕਾਰੀ, ਭੂ ਮਾਫੀਏ ਵਾਲੇ, ਰੇਤੇ ਤੇ ਬਜਰੀ ਦੇ ਕਬਜ਼ਿਆਂ ਵਾਲੇ ਸ਼ਰੇਆਮ ਬੈਠੇ, ਸ਼ਰੇਆਮ। ਉਹ ਕਹੇ ਨਾ ਸਾਨੂੰ ਕਿਵੇਂ ਰੋਕ ਲਓਗੇ ਤੁਸੀਂ। ਇਹ ਗੱਲਬਾਤ ਹੋਏਗੀ 144 247 1550 184424715550 ऑन एयर नंबर रहेगा। krpradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ, ਜਿੱਥੇ ਮਰਜੀ ਬਾਅਦ ਵਿੱਚ ਸੁਣ ਲਿਓ। ਲੋਕ ਸੱਥ ਪਾ ਦਿਆ ਕਰੋ, LOKSATTH 604 729 1224 ਨੰਬਰ ਤੁਹਾਨੂੰ ਪਤਾ ਹੈ, ਸੈੱਲ ਨੰਬਰ ਹੈ। WhatsApp ਤੇ ਟੈਕਸਟ ਲਈ, ਕੋਈ ਵਪਾਰਕ ਸੰਦੇਸ਼ਾਂ ਲਈ ਵੀ ਇਹੀ ਨੰਬਰ ਹੈ। ਤੇ ਇਸ ਨੰਬਰ ਤੇ ਤੁਸੀਂ ਸੁਨੇਹਾ ਭੇਜ ਸਕਦੇ। ਮੈਂ ਟੀਮ ਨੂੰ ਕਹਿ ਦਾਂਗਾ, ਉਹ ਗੱਲਬਾਤ ਤੁਹਾਡੇ ਨਾਲ ਕਰ ਲੈਣਗੇ। ਕਿਸੇ ਨੇ ਵੀ ਐਡਵਰਟਾਈਜ਼ਮੈਂਟ ਕਰਨੀ ਤੇ ਫੇਸਬੁੱਕ ਦਾ ਅਕਾਊਂਟ ਤੇ ਪੇਜ ਦੋਨੇ ਚੱਲਦੇ ਆ ਹਲੇ, ਤੇ ਦੋਨਾਂ ਪਾਸੇ ਤੁਸੀਂ ਨਾਲ ਰਹਿੰਦੇ ਹੋ। ਸੁਨੇਹੇ ਤੁਹਾਡੇ ਆਉਂਦੇ ਨੇ, ਧੰਨਵਾਦ। 6047291224 WhatsApp ਤੇ ਟੈਕਸਟ ਲਈ ਇਹ ਸੈੱਲ ਨੰਬਰ ਹੈ। ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਹੈ। ਕੁੜੀਆਂ ਕੇਸ ਬਹਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ। ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲੱਗਦਾ ਰੱਬ ਤੋਂ ਮੰਗੀਆਂ। ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਹੈ। ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ ਕੇ ਪੀਂਦੀ ਹੈ। ਨਹੀਂ ਥੋੜੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੜੀਂਦੀ। ਇਹ ਫੱਗਣ ਦੇ ਗਲ ਪੱਤਿਆਂ ਦੇ ਹਾਰ ਹਮੇਲਾ ਵਰਗੀਆਂ ਨੇ, ਜਾਂ ਆਲੀਆਂ ਭੋਲੀਆਂ ਉਮਰਾਂ ਦੇ ਵਿਸਰੇ ਖੇਲਾਂ ਵਰਗੀਆਂ। ਇਹ ਧੂੜਾ ਵਾਵਰੀਆਂ ਹੋਈਆਂ ਕਿੱਥੇ ਕੁ ਜਾ ਕੇ ਬਹਿਣਾ ਹੈ। ਸੰਧੂਰੀ ਟਿੱਬਿਆਂ ਦਾ ਝਾਕਾ ਹਵਾ ਵਿੱਚ ਤਰਦਾ ਰਹਿਣਾ ਹੈ। ਇਹ ਕੁੜੀਆਂ ਕੰਸਾਂ ਪੂੰਝਦੀਆਂ ਤੇ ਸੁੱਚੇ ਸੋਹਜ ਦਾ ਚਸ਼ਮਾ ਨੇ। ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ। ਇਹ ਦਿਲ ਵਿੱਚ ਹੌਲ ਜਿਹਾ ਪੈਂਦਾ ਹੈ, ਬਾਪੂ ਚੁੱਪ ਰਹਿੰਦਾ ਹੈ। ਦੁਨੀਆ ਦੇ ਬਾਗ ਵਿੱਚ ਵਸਦੇ ਨੂੰ ਕੁੜੇ ਕੀ ਹੋ ਗਿਆ ਹੱਸਦੇ ਨੂੰ। ਤੇ ਮਹਿੰਦੀ ਚੜ ਜਾਵੇ ਸੂਹੀ ਜ਼ਮੀਨਾਂ ਗਹਿਣੇ ਧਰਦਾ ਹੈ। ਕੁੜੀਆਂ ਕੇਸ ਬਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ। ਇਹ ਸੂਹੀ ਪੱਗ ਦੇ ਚੰਨ ਨੂੰ ਜਦੋਂ ਖਾਬਾਂ ਵਿੱਚ ਸੇਕਦੀਆਂ ਤਾਂ ਮਾਂ ਦੇ ਵਿਆਹ ਵਾਲੇ ਲੀੜੇ ਉਦੋਂ ਪਾ ਕੇ ਵੇਖਦੀਆਂ। ਇਹਨਾਂ ਦੇ ਵੀਰਾ ਨਹੀਂ ਹੋਇਆ, ਸਿਰਾਂ ਤੇ ਚੀਰਾ ਨਹੀਂ ਹੋਇਆ। ਇਹ ਜਿਹੜੇ ਤਾਰੇ ਜਗਦੇ ਨੇ ਇਹਨਾਂ ਨੂੰ ਵੀਰੇ ਲੱਗਦੇ ਨੇ। ਇਹਨਾਂ ਦੇ ਪੈਰ ਭੰਭੀਰੀਆਂ ਨੇ, ਇਹ ਕੰਮੀ ਧੰਦੀ ਰੁੱਝੀਆਂ ਨੇ। ਇਹ ਖੁੱਲੀ ਗੰਢ ਦੇ ਵਰਗੀਆਂ ਨੇ ਤੇ ਫਿਰ ਵੀ ਕਾਹ ਤੋਂ ਗੁੱਝੀਆਂ ਨੇ। ਇਹਨਾਂ ਨੂੰ ਖਾਦਾ ਪਚਦਾ ਹੈ, ਇਹ ਸੋਹਲੇ ਰੱਬ ਦੇ ਗਾਉਂਦੀਆਂ ਨੇ। ਇਹ ਰਾਹ ਦੇ ਕੱਖਾਂ ਕੰਡਿਆਂ ਨੂੰ ਸਿਰ ਦਾ ਤਾਜ ਬਣਾਉਂਦੀਆਂ। ਜੋ ਸਾਖਰਤਾ ਦੀਆਂ ਲਹਿਰਾਂ ਨੇ ਇਹਨਾਂ ਦੇ ਘਰ ਵਿੱਚ ਵੜੀਆਂ ਨਹੀਂ। ਇਹਨਾਂ ਦੇ ਵਰਕੇ ਪਲਟੇ ਨਹੀਂ ਤੇ ਹੱਥਾਂ ਵਿੱਚ ਕਲਮਾਂ ਫੜੀਆਂ। ਇਹਨਾਂ ਨੇ ਚੁੱਲ੍ਹੇ ਡਾਉਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ। ਇਹ ਗੁੱਡੀਆਂ ਆਪ ਦਾ ਪੜੀਆਂ ਨਹੀਂ, ਇਹਨਾਂ ਨੇ ਪੁੱਤ ਪੜਾਉਣੇ ਨੇ। ਦਿਲਾਂ ਦੇ ਦਰਦ ਪਛਾਣਦੀਆਂ ਧੀਆਂ ਬਿਨ ਕਿੱਥੇ ਸਰਦਾ ਹੈ। ਕੁੜੀਆਂ ਕੇਸ ਬਾਉਂਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ। ਦਿਲਾਂ ਦੇ ਦਰਦ ਪਛਾਣਦੀਆਂ ਧੀਆਂ ਬਿਨ ਕਿੱਥੇ ਸਰਦਾ ਹੈ। ਕੁੜੀਆਂ ਕੇਸ ਬਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ। ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਹੈ।
ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ। ਹਰਮਨਜੀਤ ਲਿਖਦਾ ਹੈ 12:26 ਜੀ। ਇਧਰਲੇ ਲਾਣੇ ਨੂੰ ਫੇਰ ਨਵੇਂ ਸਾਲ ਵਧਾਈਆਂ। ਲਾਣਾ ਤਾਂ ਉਧਰ ਵਾਲਾ ਤਾਂ ਇੱਧਰ ਵਾਲਾ ਇਕੱਠਾ ਹੀ ਹੈ, ਪਰ ਫੇਰ ਵੀ ਧੰਨਵਾਦ ਬਹੁਤ ਬਹੁਤ। ਸ਼ੁਭ ਸ਼ਾਮਾਂ ਸਾਰੇ ਪਰਿਵਾਰ ਨੂੰ ਤੇ ਚੜ੍ਹਦੀ ਕਲਾ ਚ ਰਹੋ। ਕੱਲ ਤੁਸੀਂ ਗੱਲਾਂ ਬਾਤਾਂ ਉਧਰ ਦੀਆਂ ਸੁਣੀਆਂ ਜ਼ਿੰਦਗੀ ਦੀਆਂ, ਤੇ ਕਿਹਨੇ ਕੀ ਕੀਤਾ ਕਿਹਨੇ ਕੀਤਾ ਤੇ ਸਰਾਇਆ ਵੀ ਬਹੁਤਿਆਂ ਨੇ। ਤੇ ਗੱਲ ਮੇਰੇ ਖਿਆਲ ਉੱਥੇ ਤਾਂ ਫਿਰ ਸੱਚੀ ਉਹ ਕਰਨੀ ਚਾਹੀਦੀ ਹੈ। ਤੇ ਹੁਣ ਲੁਕ ਵੀ ਨਹੀਂ ਰਹਿੰਦੀ, ਤੁਸੀਂ ਝੂਠ ਬੋਲੋਗੇ ਤਾਂ ਫੜ ਲੈਂਦੇ ਆ ਅਗਲੇ ਤੇ ਖਲਾਰਾ ਪਾਉਂਦੇ ਆ। ਇਹ ਜਿਹੜੇ ਅਸੀਂ 25-30 ਹੈਗੇ ਆ ਨਾ 5-7 ਰੇਡੀਓ ਵਾਲੇ, ਹੁਣ ਇਹ ਸਮਾਂ ਜਿਹਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਜਿੱਥੇ ਪੰਜਾਬ ਆਇਆ ਬੈਠਾ, ਦਿੱਲੀ ਆਈ ਬੈਠੀ ਹੈ, ਯੂਪੀ ਆਇਆ ਬੈਠਾ, ਰਾਜਸਥਾਨ ਆਇਆ ਬੈਠਾ, ਤੇ ਪਾਣੀ ਗੋਡੇ ਗੋਡੇ ਤੁਰਿਆ ਫਿਰਦਾ ਤੇ ਥੱਲੇ ਟਰਾਲੀਆਂ ਦੇ ਪੈ ਦੇ ਥੱਲੇ ਆ ਕੇ ਵੜ ਗਿਆ ਪਾਣੀ, ਤੇ ਹੁਣ ਮੰਜੇ ਦਿੰਦੇ ਨੇ। ਉਹਨਾਂ ਦੇ ਦੁੱਖ ਤੇ ਜਦ ਹੁਣ ਆਕਿਆਂ ਨੂੰ ਖੁਸ਼ ਕਰਨ ਦੀ ਕਹਾਣੀ ਚੱਲ ਰਹੀ ਹੈ, ਨਿਗਾਹ ਜ਼ਰੂਰ ਰੱਖਿਓ, ਇਹ ਬਹੁਤ ਜ਼ਰੂਰੀ ਹੈ ਵੀ ਹੁਣ ਕੌਣ ਕੀ ਕਰ ਰਿਹਾ। ਕਿਉਂਕਿ ਪਹਿਲਾਂ ਤਾਂ ਇਹ ਗੱਲ ਦਾ ਬਹੁਤ ਰੌਲਾ ਪਿਆ ਨਾ ਵੀ ਇਹ ਤਾਂ ਜੀ ਲੱਠ ਮਾਰਨੇ, ਇਹ ਤਾਂ ਜੀ ਰਫਲਾਂ ਵਾਲੇ ਨੇ ਜੀ, ਇਹ ਤਾਂ ਸੁਣਦੇ ਹੀ ਨਹੀਂ ਜੀ, ਕਿਸੇ ਦੇ ਗੱਲ ਨੂੰ ਹੱਥ ਪਾਉਂਦੇ। ਹਲੇ ਹੁਣ ਨੇਕੀ ਦੇ ਕੀਤੇ ਪੁੱਠੇ ਸ਼ਬਦਾਂ ਨੂੰ ਸਿੱਧੇ ਰੂਪ ਦੇ ਵਿੱਚ ਉਹ ਕਹਿੰਦੇ ਸਟਾਈਲ ਗਲਤ ਸੀ। ਉਹ ਤਾਂ ਸ਼ਬਦ ਉਹਦੇ ਠੀਕ ਸੀ, ਸਟਾਈਲ ਤਾਂ ਉਹ ਬਹੁਤ ਨਰਮਾਈ ਨਾਲ ਬੋਲਦਾ ਸੀ, ਸ਼ਬਦਾਂ ਦੀ ਗੱਲ ਸੀ ਉੱਥੇ ਤਾਂ। ਤੇ ਇਹਨੂੰ ਹੁਣ ਸਾਡਾ ਇੱਕ ਹੋਰ ਅਸੀਂ ਕੰਮ ਸ਼ੁਰੂ ਕੀਤਾ ਹੋਇਆ, ਹੁਣ ਹੌਲੀ ਹੌਲੀ ਤੁਹਾਨੂੰ ਪਤਾ ਲੱਗਦਾ ਕਿ ਅਸੀਂ ਹੁਣ ਸਰਕਾਰਾਂ ਦੇ ਚੇਲੇ ਬਣ ਕੇ ਨਾ, ਕਿਉਂਕਿ ਜਦ ਜਿਹੇ ਆਲੇ ਉਹ ਜਿਹੇ ਕੁਝ ਜਿਹੇ ਯਾਰ ਤੁਸੀਂ ਆਲੇ ਦੁਆਲੇ ਕਰ ਲਏ, ਉਹਨਾਂ ਨੇ ਤੁਹਾਨੂੰ ਆਪਣੇ ਵਰਗਾ ਹੀ ਬਣਾ ਦੇਣਾ ਹੌਲੀ ਹੌਲੀ। ਪਿਛਲੇ ਸਾਲ ਦੀਆਂ ਜਦੀਆਂ ਫਲਾਈਟਾਂ ਦਾ ਆਪਾਂ ਕੋਸ਼ਿਸ਼ ਕੀਤੀ ਸੀ ਨਾ, ਉਹ ਗੱਲ ਦਾ ਬੜਾ ਰੇੜਕਾ ਸੀ ਵੀ ਯਾਰ ਇਹ ਰੋਕਿਆ ਰਹੇ ਚ ਕਿਹਨੇ ਸੱਟਿਆ। ਆਪਾਂ ਪੋਲੀਟੀਕਲ ਪਾਰਟੀਆਂ ਨੂੰ, ਲੋਕਲ ਰਾਜਨੀਤਿਕ ਲੀਡਰਾਂ ਨੂੰ ਵੀ ਬਹੁਤ ਕਹਿੰਦੇ ਰਹੇ, ਪਰ ਵੱਡਾ ਕੰਮ ਜਿਹੜੇ ਅਸੀਂ ਹੈ ਸਾਡੇ ਚੋਂ ਕੀਤਾ। ਜਦ ਤੱਕ ਆਪਾਂ ਪੈਸੇ ਕੈਨੇਡਾ ਤੱਕ ਇਕੱਠੇ ਨਹੀਂ ਕਰਨ ਲੱਗੇ, ਜਦ ਤੱਕ ਸਭ ਸਹੀ ਸੀ। ਪਰ ਜਦ ਪੈਸਾ ਕੈਨੇਡਾ ਚ ਹੋ ਗਿਆ ਤੇ ਗੁਰਦੁਆਰੇ ਦਾ ਨਾਂ ਹੋ ਗਿਆ, ਬੰਦੇ ਭੇਜ ਕੇ ਤੇ ਦੇ ਕੇ ਚੈੱਕ ਤੇ ਫੋਟੋਆਂ ਜਦੇ ਫਿਰ ਆਪਣੇ ਆਕਿਆਂ ਨੂੰ ਭੇਜਦੇ, ਦੇਖੋ ਜੀ ਆਹ ਤਾਂ ਗੁਰਦੁਆਰੇ ਪੈਸੇ ਇਕੱਠੇ ਹੋਣ ਲੱਗੇ, ਫੇਰ ਬੰਦ ਹੋਇਆ। ਇਹ ਨਵੀਂ ਜਾਣਕਾਰੀ ਬਹੁਤ ਭਰੋਸੇਯੋਗ ਸੂਤਰਾਂ ਨੇ ਮਿਲੇਗਾ। ਤੁਸੀਂ ਆਲੇ ਦੁਆਲੇ ਨਾ ਕਹੋ, ਤੁਸੀਂ ਆਪਣੇ ਉਹਨਾਂ ਨੂੰ ਵੇਖੋ ਜਿਹੜੇ ਤੁਹਾਡੇ ਆਪਣੇ ਨੇ, ਜਿਹੜੇ ਲੋਕਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਅਸੀਂ ਅਕਲ ਦੇਣੀ ਆ, ਤੁਹਾਨੂੰ ਸਮਝਾਉਣਾ ਵੀ ਤੁਸੀਂ ਕੀ ਕਰੋ, ਜ਼ਿੰਦਗੀ ਕਿਵੇਂ ਜੀਓ, ਕਿਵੇਂ ਤੁਰੋ, ਕਿਵੇਂ ਬੈਠੋ, ਕਿਵੇਂ ਖਾਓ। ਤੇ ਆਹ ਕੁਛ ਜਾਨੀ ਸਾਡੀ ਤਰਜ਼ ਜ਼ਿੰਦਗੀ ਹੈ। ਅਸੀਂ ਤੁਹਾਨੂੰ ਕੀ ਅਕਲਾਂ ਦੇ ਦੇਣੀਆਂ ਨੇ ਜਿਹਦਾ ਦੇ ਵਿੱਚ ਨਿੱਜੀ ਜ਼ਿੰਦਗੀ 'ਚ ਇੰਨਾ ਸਾੜਾ ਕਿ ਆਪਾਂ ਇੱਕ ਦੂਜੇ ਨੂੰ ਵੇਖ ਕੇ ਸਰਾਉਂਦੇ ਨਹੀਂ। ਅਸੀਂ ਕੀ ਦੱਸ ਦੇਣਾ? ਪੂੰਛਾਂ ਲਾਈਆਂ ਗੱਜ-ਗੱਜ ਲੰਬੀਆਂ ਨਾਲ, ਤੇ ਉਹ ਪੂੰਛਾਂ ਨੂੰ ਪੜ੍ਹੀ ਚੱਲੋ, ਤੁਸੀਂ ਲਿਖੀ ਚੱਲੋ, ਉਹਦੇ ਨਾਲ ਕੱਖ ਨਹੀਂ। ਉਹ ਤਾਂ ਜਿੱਥੋਂ ਮਰਜ਼ੀ ਡੁਗਡੁਗੀ ਵਜਾ ਕੇ ਨਵੀਆਂ ਪੂੰਛ ਲਵਾ ਲੈ, ਇੱਥੇ ਬੈਠੇ ਲਵਾਈ ਜਾਂਦੇ ਨੇ, ਉੱਥੇ ਕਈ ਬੈਠੇ ਇੱਥੇ ਡਾਕਟਰੇਟ ਕਰੀ ਜਾਂਦੇ ਨੇ, ਜਿਹੜੀਆਂ ਮਰਜ਼ੀ ਪੂੰਛਾਂ ਲਵਾ ਲਓ, ਬਹੁਤ ਲਾਉਣ ਵਾਲੇ ਨੇ। ਹੁਣ ਰੁਤਬੇ ਜਿਹੜੇ ਨੇ ਉਹ ਨਵੀਆਂ ਡਿਗਰੀਆਂ ਸ਼ੁਰੂ ਹੋਣੀਆਂ ਨੇ, ਸਰਕਾਰਾਂ ਨੇ ਜਿਹੜੀਆਂ ਦੇਣੀਆਂ ਨੇ, ਬਈ ਇਹ ਕਿਹੜੀ ਕਿੱਥੇ ਹੈ, ਇਹਦਾ ਰੁਤਬਾ ਕੀ ਹੈ, ਇਹ ਪੰਜਾਬ ਲੈਵਲ ਦਾ, ਦਿੱਲੀ ਲੈਵਲ ਦਾ, ਰਾਜ ਦਾ, ਤੇ ਇਹ ਕਿਹੜੇ ਪਾਸੇ, ਇਹ ਗੱਲਾਂ ਚੱਲਣੀਆਂ ਨੇ ਹੁਣ ਸਾਡੀ। ਇਹਦੇ ਲਈ ਜ਼ੋਰ ਚੜਿਆ ਹੋਇਆ ਵੀ ਸਾਨੂੰ ਦੱਸੋ ਕੀ। ਕਿਉਂਕਿ ਜਦ ਨਾ ਇੱਕ ਵਾਰ ਉਹਦਾ ਗੇੜਾ ਗੂੜਾ ਕੱਢ ਕੇ ਵਧੀਆ ਅਫਸਰਾਂ ਦੇ, SSPਆਂ ਦੇ ਤੇ ਗਵਰਨਰਾਂ ਨਾਲ ਫੋਟੋਆਂ ਖਿਚਾਇਆ ਹੁੰਦਾ, ਉਹਦਾ ਜੀ ਨਹੀਂ ਲੱਗਦਾ। ਉਹ ਕਹਿੰਦਾ ਯਾਰ ਇਹ ਤਾਂ ਬਹੁਤ ਤਿਆਰੀ ਹੈ, ਅਸੀਂ ਤਾਂ ਹਨੇਰੇ 'ਚ ਫਿਰੀ ਗਏ। ਇਹਨਾਂ ਨਾਲ ਜੁੜੇ ਰਹੋ ਤਾਂ ਬੰਦੇ ਦੀ ਖਸਲਤ ਹੈ, ਕੋਈ ਨਹੀਂ ਰੋਕਦਾ। ਪਰ ਆਹ ਦਰਵੇਸ਼ਾਂ ਦਾ, ਜਿਨ੍ਹਾਂ ਦੀ ਕੋਈ ਫੇਸਬੁੱਕ ਦੀ ਪੋਸਟ ਪੜ੍ਹ ਲਾ, ਕਿਸੇ ਦੀ ਵੀ, ਉਹ ਵੀ ਲੋਕ ਜਿਹੜੇ ਧਰਮ ਤੋਂ ਕੋਹਾਂ ਦੂਰ ਨੇ, ਉਹ ਵੀ ਅੱਜ ਹੱਕ 'ਚ ਬਾਬਿਆਂ ਦੇ ਬੈਠੇ ਨੇ। ਮੈਂ ਇਹਨੂੰ ਨਹੀਂ ਕਹਿੰਦਾ ਕਿਸੇ ਨੂੰ, ਜਿਹਨੂੰ ਧਰਮ ਨਹੀਂ ਮੰਨਣਾ, ਕਿਸੇ ਚੀਜ਼ 'ਚ ਤੁਹਾਡਾ ਵਿਸ਼ਵਾਸ ਹੈ ਰੱਖੋ,
ਧਰਮ ਧੱਕੇ ਨਾਲ ਥੋੜਾ, ਤੁਸੀਂ ਧੱਕੇ ਨਾਲ ਤਾਂ ਔਰੰਗਜ਼ੇਬ ਜਨੇਊ ਲਾਉਂਦਾ ਸੀ, ਉਹ ਥੋੜਾ ਕੰਮ ਸਿੱਖ ਧਰਮ ਦਾ। ਜਿਹਨੇ ਮੰਨਣਾ ਮੰਨੇ, ਜਿਹਨੂੰ ਜਿੰਨਾ ਪਿਆਰ ਆ ਉਹਨਾਂ ਜਿਹੜੇ ਤਰੀਕੇ ਨਾਲ ਮੰਨਣਾ ਉਹ ਜਿਹਾ ਮੰਨ। ਪਰ ਆਹ ਜਦ ਜਿੱਥੇ 80-80 ਸਾਲਾਂ ਦੇ ਬਜ਼ੁਰਗ ਤੇ ਮਾਤਾਵਾਂ ਸਾਡੀਆਂ ਬੈਠੀਆਂ ਨੇ, ਹੁਣ ਪਿੰਡ ਦਾ ਇੱਕ ਬਜ਼ੁਰਗ 80 ਸਾਲ ਦਾ 70 ਸਾਲ ਦੀ ਬੇਬਿਆ ਪੋਤਿਆਂ ਦੋਤਿਆਂ ਵਾਲੀ, ਉਹਨੂੰ ਕਿਹੜੀ ਕਾਂਗਰਸ ਨੇ ਭੇਜਤਾ ਬਈ? ਉਹਨੂੰ ਕਿਹਨੇ ਅਕਾਲੀਆਂ ਨੇ ਭੇਜਤਾ? ਉਹਨੂੰ ਆਮ ਆਦਮੀ ਪਾਰਟੀ ਨੇ ਕਿਹੜੀ ਫੰਡਿੰਗ ਕਰਤੀ? ਹੁਣ ਉਹ ਵੀ ਜਾਂ ਕਿਹੜੇ ਇਸਲਾਮਾਬਾਦ ਵਾਲਿਆਂ ਨੇ ਡਾਲਰ ਭੇਜਦੇ ਨੂੰ ਬੇਬੇ ਚੱਲ ਉੱਥੇ? ਉਹਦਾ ਵਿਚਾਰੀ ਲੁਧਿਆਣਾ ਦੀ ਟੱਪੀ, ਉਹ ਦਿੱਲੀ ਦੀਆਂ ਬਰੂਹਾਂ 'ਚ ਬੈਠੀ ਹੈ, ਉੱਥੇ ਕਿਤੇ ਰੋਲ ਘਚੋਲਾ ਪੈ ਜਾਵੇ, ਪਿੰਡ ਨਹੀਂ ਲੱਭਣਾ ਉਹਨਾਂ ਨੂੰ ਵੀ ਅਸੀਂ ਆਉਣਾ ਕਿੱਧਰ ਨੂੰ ਆ? ਟਰਾਲੀ ਖੋਜੇ, ਟਰਾਲੀ ਨਹੀਂ ਲੱਭਣੀ। ਉਹਨਾਂ ਵੱਲ ਵੀ ਜਦ ਸਾਡੀ ਨਿਗਾਹ ਟੇਢੀ ਆ ਨਾ, ਇਹਦਾ ਮਤਲਬ ਫਿਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਲੋਕੋ ਤੁਸੀਂ ਨਿਗਾਹ ਰੱਖੋ, ਬਹੁਤ ਜ਼ਰੂਰੀ ਹੈ। ਜਦ ਸਾਡਾ ਆਹ ਲੈਵਲ ਤੇ ਅਸੀਂ ਆ ਗਏ ਕਿ ਵੀ ਸਾਨੂੰ ਤਾਂ ਫਿਰ ਇਹ ਆ ਵੀ ਘਸਿਆਰੇ ਅਸੀਂ ਆ ਗਏ ਵੀ ਹੁਣ ਉੱਥੇ ਵਾਲੇ ਘਸਿਆਰੇ ਬਣ ਜਾਣ, ਬਸ ਉਹ ਰੁਲਣ ਉੱਜੜਨ, ਅਸੀਂ ਹੱਸੀਏ, ਫਿਰ ਗਵਾਰਾਂ ਦਾ ਹਾਸਾ ਹੱਸੀ। ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਕੁਝ ਵੀ ਹੋ ਸਕਦਾ, ਕਿਸੇ ਦੇ ਕੰਮ ਕੀਤੇ ਜਿਹੜੇ ਕੰਮ ਦੀ ਕੋਈ ਸਜ਼ਾ ਦੇ ਸਕਦਾ, ਜਦ ਜਿਹੋ ਜਿਹੀਆਂ ਕਰਤੂਤਾਂ, ਜਿਹੋ ਜਿਹਾ ਮੂੰਹ ਇਹੋ ਜਿਹਾ ਥੱਪੜ ਹੈ। ਤੇ ਉਹ ਹੁਣ ਤਾਂ ਇਹਦੇ ਤੇ ਤਾਂ ਮੇਰੇ ਖਿਆਲ ਅਸੀਂ ਇਹ ਕਰੀਏ ਵੀ ਯਾਰ ਨਾ ਸੱਚੇ ਪਾਤਸ਼ਾਹ ਇਹ ਆਰਾਮ ਨਾਲ ਘਰ ਨੂੰ ਮੁੜ ਜਾਣ। ਇੱਥੇ ਹੀਟ ਲੱਗੀ ਆ ਸਿਰਾਂ ਤੇ, ਟੋਪੀਆਂ ਗਲ 'ਚ, ਟੋਪੀਆਂ ਤੇ ਗਲ 'ਚ ਮਫਲਰ ਤੇ ਜੈਕਟਾਂ, ਗੱਡੀਆਂ ਪਹਿਲਾਂ ਗਰਮ ਕਰੋ, ਹੀਟਡ ਗਰਾਜ ਕਰੋ। ਤੇ ਅਸੀਂ ਵੀ ਉੱਥੇ ਹੀ ਹੋਣੇ ਸੀ ਮਿੱਤਰਾ, ਜੇ ਉਰੇ ਨਾ ਆਏ ਹੁੰਦੇ ਅੱਜ ਆਪਾਂ ਵੀ ਉੱਥੇ ਦਿੱਲੀ ਉਹ ਬੈਠੇ ਹੋਣਾ ਸੀ। ਪਿੰਡਾਂ ਨੂੰ ਛੱਡ ਕੇ ਕਿਵੇਂ ਤੁਸੀਂ ਪਿੰਡ ਭਾਈਚਾਰੇ ਨੂੰ ਛੱਡ ਕੇ ਕਿਵੇਂ ਹੋ ਜਾਂਦੇ? 70 ਦੇ ਕਰੀਬ 65 ਦੇ ਕਰੀਬ ਜਾਨਾਂ ਚਲੇ ਗਈਆਂ। 65 ਜੀ ਤੇ ਨੌਜਵਾਨ ਮੁੰਡੇ ਨੇ, ਬਜ਼ੁਰਗ ਨੇ, ਜਿਨ੍ਹਾਂ ਦਾ ਆਰਾਮ ਨਾਲ ਰਜਾਈ 'ਚ ਬੈਠ ਕੇ ਨਿੱਘ ਜਿਨ੍ਹਾਂ ਨੇ ਲੈਣਾ ਸੀ, ਉਹ ਵੀ ਮਤਲਬ ਔਖੇ। ਹੁਣ ਉਹਨਾਂ ਦੀ ਵਿਰੋਧਤਾ ਜਦ ਹੁੰਦੀ ਹੈ ਨਾ, ਉਹ ਫਿਰ ਜਰੀ ਨਹੀਂ ਜਾਂਦੀ, ਉਹ ਬਹੁਤ ਮਾੜੀ ਹੈ, ਮਤਲਬ ਥੋੜੀ ਨਹੀਂ, ਬਹੁਤ ਮਾੜੀ। ਤਾਂ ਇਹ ਮੈਂ ਬੇਨਤੀ ਕਰਾਂ ਬਈ ਇਹ ਬਹੁਤ ਜ਼ਰੂਰੀ ਹੈ। ਇਹ ਠੀਕ ਹੈ, ਵਿਚਾਰਾਂ ਦਾ ਆਦਾਨ ਪ੍ਰਦਾਨ ਦੇ ਵਿੱਚ ਹੋ ਸਕਦਾ ਕੋਈ ਕਿਸੇ ਦੀ ਵਿਚਾਰਧਾਰਾ ਕੋਈ ਹੋਵੇ, ਕਿਸੇ ਦੀ ਕੋਈ ਹੋਵੇ, ਪਰ ਉਸ ਜਗ੍ਹਾ ਤੇ ਆਪਾਂ ਇਹ ਖਾਸ ਖਿਆਲ ਰੱਖੀਏ ਕਿ ਯਾਰ ਉਹਨਾਂ ਦੀ ਵੀ ਵਿਰੋਧਤਾ ਕਰੇ ਤੇ ਸੁੱਖ ਰਹੇ, ਉੱਥੇ ਕੋਈ ਭੜਕਾਹਟ ਨਾ ਹੋ ਜਾਵੇ, ਉੱਥੇ ਸਰਕਾਰ ਆਪਣੇ ਲੱਠ ਮਾਰਾਂ ਨੂੰ ਨਾ ਚਿਹਰੇ ਮੋਹਰੇ ਦਾੜੀਆਂ ਵਧਾ ਕੇ ਵਿੱਚ ਬਾੜ ਦੇਵੇ ਤੇ ਉੱਥੇ ਕੁਛ ਇਹੋ ਜਿਹੀ ਗੱਲ ਨਾ ਹੋ ਜਾਵੇ। ਪਰ ਪੰਜਾਬ ਦੇ ਜਾਇਆਂ ਨੇ ਇੱਕ ਦੱਸਤਾ ਕਿ ਮੀਰੀ ਤੇ ਪੀਰੀ ਅਸੀਂ ਦੋਨਾਂ ਦੇ ਮਾਲਕ ਹਾਂ, ਅਸੀਂ ਭਗਤੀ ਤੇ ਸ਼ਕਤੀ ਦੋਨਾਂ ਦੇ ਮਾਲਕ ਹਾਂ। ਅਸੀਂ ਹੱਥ ਵੀ ਜੋੜਦੇ ਹਾਂ ਤੇ ਗਲਮੇ ਤੋਂ ਜਦ ਧੂਣਿਆ ਥੱਲੇ ਨੂੰ ਫਿਰ ਕੋਈ ਗਦਾਮ ਕਹਿੰਦਾ, ਕੋਈ ਬਟਨ ਕਹਿੰਦਾ, ਫਿਰ ਉੱਥੇ ਪਤਾ ਨਹੀਂ ਲੱਗਦਾ ਵੀ ਹੁੰਦਾ। ਤੁਹਾਡਾ ਜਿੰਨੇ ਵੀ ਤੁਸੀਂ ਜਦ ਮਿਲਦੇ ਹੋ ਕਹਿੰਦੇ ਯਾਰ ਆਹ ਗੱਲ ਦੀ ਵੀ ਜੇ ਵਿਰੋਧਤਾ, ਫਿਰ ਅਸੀਂ ਇਹਨੂੰ ਪਾਉਣੇ ਖਾਤੇ 'ਚ ਪਤਾ ਕਿਹਦੇ 'ਚ, ਵੀ ਇਹ ਬੜਾ ਫਾਈਨ ਸਾਡਾ ਜਰਨਲਿਜ਼ਮ ਹੈ, ਸਾਡਾ ਇਹ ਖਾਸ ਜਰਨਲਿਜ਼ਮ। ਜਦ 84 ਜੂਨ ਆਉਂਦਾ ਜਦ ਵੀ ਫਾਈਨ ਜਰਨਲਿਜ਼ਮ ਹੈ, ਨਵੰਬਰ 'ਚ ਆਉਂਦਾ ਜਦ ਵੀ ਸਾਡਾ ਫਾਈਨ ਜਰਨਲਿਜ਼ਮ ਹੈ, ਹੁਣ ਵੀ ਸਾਡਾ ਫਾਈਨ ਜਰਨਲਿਜ਼ਮ। ਚੱਲ ਇਹ ਵਧੀਆ ਹੋ ਗਿਆ, ਅੱਗੇ ਨਾ ਲੁਕਮਾ ਜਿਹਾ ਕੰਮ ਸੀ, ਹੁਣ ਪਤਾ ਹੋ ਗਿਆ, ਨੰਗੇ ਹੋ ਗਏ ਸਾਰੇ ਵੀ ਕੌਣ ਕਿੱਥੇ ਖੜਾ। ਔਰ ਇਹ ਕੋਈ ਇਹ ਨਹੀਂ ਕਿਸੇ ਚੀਜ਼ ਦਾ ਵੀ ਕੋਈ ਕਿਸੇ ਨੇ ਉੱਪਰ ਤੇ ਥੱਲੇ ਕਰਦੇ ਨਹੀਂ। ਗੱਲ ਇਹ ਆ ਵੀ ਜੇ ਪੰਜਾਬ ਦੇ ਤੁਸੀਂ, ਤੁਹਾਡਾ ਦਰਦ ਹੈ ਨਹੀਂ ਨਾ ਤੁਹਾਡੇ ਮਨ ਦੇ ਵਿੱਚ, ਤੁਸੀਂ ਉਸ ਧਰਤ ਤੇ ਜੰਮ ਕੇ ਵੱਡੇ ਹੋ ਕੇ ਆਏ ਤੇ ਪੂੰਛਾਂ ਉੱਥੋਂ ਲਵਾ ਕੇ ਆਏ, ਇੱਥੇ ਆਹ ਧਰਤ ਦੇ ਵੀ ਨਹੀਂ ਹੋ ਸਕਦੇ ਜਿੱਥੇ ਤੁਸੀਂ 1100 ਦਿਨ ਰਹਿ ਕੇ ਜਿੱਥੇ ਤੁਸੀਂ ਸਿਟੀਜ਼ਨ ਲੈ ਲਈ, ਇਹਨਾਂ ਦੇ ਵੀ ਵਫਾਦਾਰ ਨਹੀਂ ਹੋ ਸਕਦੇ। ਗੱਲ ਇਹ ਵਪਾਰਕ ਸੁਨੇਸ਼ ਲਾਲਮਾ ਆ ਕੇ ਜਿਹੜੇ ਚੁਣ ਕੇ ਭੇਜਿਆ ਇਹਨਾਂ ਦੀ ਅਕਾਊਂਟੇਬਿਲਿਟੀ ਦੀ ਗੱਲ ਕਰੀ। 12:40 ਹੋਏ ਨੇ ਜੀ। ਇੱਕ ਜਿਹੜੇ ਭਾਈਚਾਰੇ ਦੇ ਚਿੰਤਕ ਨੇ ਨਾ, ਉਹ ਇਸ ਗੱਲ ਤੇ ਮੁੜ ਕੇ ਉਹ ਗੱਲ ਕਹਿ ਰਹੇ ਨੇ ਕਿ ਸਾਡੇ ਜਿਹੜੇ ਉੱਥੋਂ ਆਏ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਪੰਜਾਬ ਤੋਂ ਆਏ ਨੇ ਵੱਡੇ ਹੋ ਕੇ ਜਾਂ ਉਰੇ ਵੀ ਨੇ, ਉਹ ਇਹਦੇ ਤੇ ਚੁੱਪ
क्यों ने, इस मसले ते वो बोले क्यों नहीं, ਜਾਂ बोले ने तो कौन बोलिया। ये एक मसला विचारन वाला। सुखी संधू इस गल ते बहुत चिरां दे पिछले 5-10 दिन दे लिखते हैं भाई जी ये गल होनी चाहिए है, क्यों नहीं साडे बोले, क्यों इंग्लैंड वाले बोले ने, क्यों अमरीका वाले बोले ने, साडे जिहड़े पंजाबी मूल दे उत्थों वड्डे होके आए ने वो इहदे ते चुप क्यों ने। इस दे नाल ही बई इन्हां इह रेड़का ये हो गया भी कल नूं जद मुड़ना है ते भी वीज़ियां दा इशू हो गया। सुखी संधू होनी कहते भी टैसट है कित्थे स्टैंड करते हैं, ये है कि जे इंडियन अथॉरिटीज का उन्होंने इन्फ्लुएंस है भी, क्योंकि वो एक जिहड़ा गेड़ा साल का ना वो बहुत वधिया फ्रूटफुल गेड़ा हुंदा, क्योंकि इत्थे तां आपां बाहला गिणदे नहीं ना, इत्थे तां अपने वांगू विचारे तुरे फिरदे आ, ना कोई गड्डी चलाउण दोस्त दास तां मिल जांदा, गड्डी वाला रफल रुफल वाला बंदा नाल नहीं, उत्थे तैयारी बहुत आ, वो दिल्लीओं फिर मिल जांदे ने, आ जाते ने, लै जाते ने, वो फिर वधिया लग। जे कहो तो कहते प्रोटोकॉल आया है, कोई MP का प्रोटोकॉल नहीं है उत्थे, जे तुसीं ऑन ड्यूटी जा रहे हो तो थोड़ी सिक्योरिटी का वो करते हैं, अदरवाइज कुछ नहीं है, सब गल्लां ने। ते इहदे ते चुप है जिहड़ी, खैर धक्के नाल तां तुसीं की कराउणा, जिहड़ी वो चुप है वो लोकां नूं चुभ रही है भी ये चुप क्यों ने, क्यों नहीं कोई बोलिया। इहदा कारण जिहड़ा वो की हो सकता, क्यों नहीं बोले। ते ये गल जिहड़ी है इस विषय ते क्यों नहीं हले तक, क्योंकि पहला भी होया देखो जी 84 वेले फिर सानू ऐ हो गया, वो तो पता ही है जी तुसीं गल 84 की करनी है तो फिर वो डबल नहीं ना, जिन्होंने जां परले बन्ने खड़ो जिहड़े 84 के हक च ने, फिर उन्होंने वो कहते असीं हक दे विच भी, क्योंकि ਉਹਦੇ ਚ भी पॉपुलैरिटी मिलती है ना, एक ग्रुप है जिहड़ा ਉਹਨਾਂ ਨਾਲ खड़ जाता, ये बड़ा कम्यूनिटी थोड़ी जी डिवाइड आ, वो कहते चल मैं इन्हां वाले ले लूं, ਉਹਦੇ ਨਾਲ भी बहुत बने ने MP MLA भी असीं उधरले पासे वाले। एनीवेज तो इस विषय ते लोकां दे मन दे विच गल जरूर रही है कि ये चुप क्यों ने, ये बोलते क्यों नहीं, ये किहड़ी गल्लों इन्हां ने क्यों जिहड़ा अज तक इस विषय ते क्लीयर क्यों नहीं कीती गल। मैनूं लगदा कोई नॉन पंजाबी तो शायद फिर भी इन्फ्लुएंस दे विचों लिख देवे, जे उहनूं कह दो उन्हें जदे लैटर ते लिख देना, उहनूं डर नहीं ना, उन्हें वीज़ा नहीं लेना, कोई जाना नहीं उत्थे। ते इस गल ते भारत ने ट्रूडो उहनां नूं जां तुहाडे प्रधानमंत्री ने कहता जिहड़े उहदे गाहां उस पार्टी दे MP ने, उन्होंने तो लिखना कोई औखा नहीं समझा, साडे लीडर ने कहता असीं भी लिख। ट्रूडो उहनां दे पिछे जदे ही वो एक्शन च हो गए ते जगमीत सिंह उहनां ने इस विषय ते मैनूं नहीं लगता कोई बयान दिता, वो भी चुप ने। कंसरवेटिव वाले तो चलो वो तो है ही, उन्हां अपने राइट विंग आइडियोलॉजी के BJP दे नाल ने। ते आ जिहड़ा हुण एक नाल होर चलिया भी जिहड़े छुट्टियां कट्टण आ गए उन्हां दी रेजिग्नेशन भी नाल हो रहे, और होर लिस्ट कहंदे तैयार आ। बहुत भरोसेयोग सूत्रां ने दस्सिया भी होर उन्होंने 17-18 लभ ले जिहड़े घर छड्ड के घुम्मण गए दी देश तो बाहर। प्रभजोतपाल सिंह जी लाइन नंबर 2। वाहिगुरू जी खालसा वाहिगुरू जी फतेह जी। वाहिगुरू जी का खालसा वाहिगुरू जी की फतेह जी। ਜਿਹੜੀ ਗੱਲ ਤੁਸੀਂ ਗੱਲ ਕੀਤੀ ਸੀ ਵੀ ਉੱਥੇ ਜਦੋਂ ਪਤਾ ਲੱਗਾ ਵੀ ਉੱਥੇ ਗੁਰੂ ਘਰ ਦੇ ਪੈਸੇ ਇਕੱਠੇ ਹੋ ਰਹੇ ਆ ਤਾਂ ਉਹ ਲਿੰਕ ਬਣਿਆ, ਉਸ ਤੋਂ ਬਾਅਦ ਉਹ ਜਿਹੜਾ ਇੱਕਦਮ ਕੰਮ ਸ਼ਟਡਾਊਨ ਹੋਇਆ। ਚੰਗੀ ਗੱਲ ਆ ਜਿਹੜੀ ਉਹਦੇ ਚ ਪ੍ਰਭਜੋਤਪਾਲ ਸਿੰਘ ਜੀ ਉਹ ਚ ਰਾਜਨੀਤਿਕ ਕਿਸੇ ਬੰਦੇ ਨੇ ਨਹੀਂ ਕੀਤਾ, ਮੀਡੀਆ ਨੇ ਕੀਤਾ। ਉਹ ਮੈਨੂੰ ਉਹਦਾ ਪਤਾ ਲੱਗ ਗਿਆ ਵੀ ਮੀਡੀਆ ਵਾਲਾ ਕਿਹੜਾ ਬੰਦਾ ਫੋਟੋਆਂ ਫਿਰ ਉਹਨੇ ਭੇਜੀਆਂ ਕਿਹੜੇ ਬੰਦੇ ਦੇ ਰਾਹੀਂ, ਮੈਂ ਉਹ ਗੱਲ ਦੱਸ ਰਿਹਾ ਸੀ। ਠੀਕ ਹੈ ਜੀ, ਮੈਂ ਜਿੱਦਾਂ ਗੱਲ ਤਾਂ ਇਹ ਕਰਨੀ ਚਾਹੁੰਦਾ ਵੀ ਜਾਣੀ ਆਪਾਂ ਨੂੰ ਇਸ ਗੱਲ ਦਾ ਕਦੀ ਵੀ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਆ ਭਾਵਾਂ ਦੀ ਉਹ ਮੀਡੀਆ ਹੈ ਤੇ ਭਾਵਾਂ ਦੀ ਇਹ ਸਾਡੇ ਇੱਕ ਤੇ ਆਹ MP ਵੀ ਹੁਣ ਜਿਹੜੀ ਅਸੀਂ ਉਹਦੇ ਨਾਲ ਗੱਲ ਰਿਲੇਟਡ ਕਰ ਦਿੱਤੀ ਹੈਗੀ ਆ ਤੇ ਉੱਥੇ ਕਿਸਾਨੀ ਮੋਰਚਾ ਚੱਲ ਰਿਹਾ ਤੇ
ਨਹੀਂ ਕਿਸਾਨਾਂ ਦੇ ਹੱਕ 'ਚ ਤਾਂ ਚਲੋ ਜਿਹੜਾ ਮਾੜਾ ਮੋਟਾ ਉਦੋਂ ਗੱਲ ਕੀਤੀ ਤਾਂ ਇੱਕਦਮ ਹੀ ਛਾਈਮਾਈ ਹੋ ਗਿਆ। ਉਸ ਤੋਂ ਬਾਅਦ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਕ ਜਿਹੜੀ ਗੱਲ ਕਹੀ ਸੀ ਵੀ ਤੁਹਾਨੂੰ ਸੰਵਿਧਾਨਿਕ ਹੱਕ ਹੈਗਾ ਆ ਡੈਮੋਕ੍ਰੇਸੀ ਦੇ ਵਿੱਚ ਸ਼ਾਂਤੀ ਨਾਲ ਗੱਲ ਕਰਨ ਦਾ, ਪਰ ਉਹਦੇ ਜਦੋਂ ਖਿਲਾਫ ਚ ਬੋਲੇ ਹੈਗੇ ਇਹਨਾਂ ਨੇ ਕਿਸੇ ਨੇ ਕੁਛ ਨਹੀਂ ਅੱਜ ਤੱਕ ਕਦੀ ਕੁਛ ਕਿਹਾ। ਜਦੋਂ ਵੀ ਹਿੰਦੁਸਤਾਨ ਦੀ ਸਰਕਾਰ ਇਹਨਾਂ ਤੇ ਇਹੋ ਕਹਿੰਦੀ ਆ ਵੀ ਇਹ ਖਾਲਿਸਤਾਨੀ ਹੈਗੇ ਆ, ਕੁਛ ਨਹੀਂ ਬੋਲਦੇ ਹੈਗੇ। ਹਾਲਾਂਕਿ ਸਾਨੂੰ ਇਸ ਗੱਲ ਦਾ ਪਤਾ ਵੀ ਇਹ ਖਾਲਿਸਤਾਨੀ ਨਹੀਂ ਹੈਗੇ। ਸੋ ਇਹ ਗੱਲਾਂ ਜਿਹੜੇ ਹੈਗੇ ਵੀ ਅਸੀਂ ਜਦੋਂ ਹੁਣ ਇਲੈਕਟ ਅਸੀਂ ਕੀਤੇ ਹੈਗੇ, ਇਹ ਗੱਲਾਂ ਸਾਨੂੰ ਜਿੱਦਾਂ ਸੁੱਖੀ ਹੋਣੀ ਵੀ ਜਿਹੜੀ ਗੱਲ ਕੀਤੀ ਆ ਇਹ ਧਿਆਨ 'ਚ ਰੱਖਣੀਆਂ ਚਾਹੀਦੀਆਂ। ਜਦੋਂ ਇਲੈਕਸ਼ਨ ਆਉਂਦਾ ਹੈ ਤਾਂ ਉਦੋਂ ਫਿਰ ਸਾਨੂੰ ਵੋਟਾਂ ਪਾਉਣ ਲੱਗਿਆ ਧਿਆਨ ਰੱਖਣਾ ਚਾਹੀਦਾ। ਜੇ ਅਸੀਂ ਅੱਜ ਗੱਲ ਕਰਦੇ ਹਾਂ ਕੱਲ ਨੂੰ ਅਸੀਂ ਭੁੱਲ ਜਾਂਦੇ ਹਾਂ ਤਾਂ ਫਿਰ ਉਹਦਾ ਫਾਇਦਾ ਨਹੀਂ ਹੈਗਾ। ਬਿਲਕੁਲ ਇਹ ਨਹੀਂ ਹੈਗਾ ਵੀ ਜਿਹੜੇ ਉੱਥੋਂ ਭਾਈਚਾਰੇ ਦੇ ਜਿਹੜੇ ਆਏ ਆ ਉਹਨਾਂ 'ਚ ਕਿਸੇ 'ਚ ਕੰਨ ਨਹੀਂ ਹੈਗਾ, ਕੋਈ ਗੱਲ ਨਹੀਂ ਕਰ ਸਕਦਾ, ਉਹਨਾਂ ਦੀ ਜ਼ਰੂਰਤ ਹੈ ਨਹੀਂ। ਪਰ ਅਸੀਂ ਚੁਣਦੇ ਹੀ ਉਹਨਾਂ ਨੂੰ ਆ ਜਿਹੜੇ ਸਾਨੂੰ ਸ਼ਰਾਬ ਪਿਲਾਉਂਦੇ ਆ, ਮਹਿਫਲਾਂ 'ਚ ਲੈ ਜਾਂਦੇ ਆ ਤੇ ਸਾਡੇ ਕੰਮ ਕਰਾਉਂਦੇ ਆ। ਜਦੋਂ ਅਸੀਂ ਨਿੱਜ ਤੋਂ ਉੱਪਰ ਅਸੀਂ ਆਪ ਨਹੀਂ ਉੱਠਦੇ ਤਾਂ ਸਾਡੇ ਇਲੈਕਟਡ ਅਫੀਸ਼ੀਅਲ ਵੀ ਉਹੋ ਜਿਹੇ ਹੋਣੇ ਆ। ਇਸੇ ਕਰਕੇ ਭਾਵਾਂ ਦੀ ਅਸੀਂ ਸਭ ਤੋਂ ਜ਼ਿਆਦਾ ਐਕਟਿਵ ਹੈਗੇ ਆ ਪੋਲੀਟਿਕਸ ਵਿੱਚ ਪੰਜਾਬੀ ਜਿਹੜੇ ਹੈਗੇ ਆ, ਪਰ ਸਾਡੀ ਇੱਥੇ ਕੈਨੇਡਾ ਦੀ ਸਰਕਾਰ ਦੇ ਵਿੱਚ ਵੀ ਕੋਈ ਬਾਹਲੀ ਸੇ ਨਹੀਂ ਹੈਗੀ। ਜਿੱਦਾਂ ਉੱਪਰੋਂ ਦੇਖਣ ਨੂੰ ਤਾਂ ਭਾਵਾਂ ਦੀ ਹੈਗਾ ਆ। ਜਦੋਂ ਆਪਣੇ ਜਸਟਿਨ ਟਰੂਡੋ ਸਾਹਿਬ ਭਾਰਤ ਗਏ ਤਾਂ ਉੱਥੇ ਇਹ ਜਿਹੜੀ ਗੱਲ ਕਰਕੇ ਐਕਸਟ੍ਰੈਡੀਸ਼ਨ ਦੀ ਉਹ ਤਾਂ ਕੰਜ਼ਰਵੇਟਿਵਾਂ ਨੇ ਵੀ ਨਹੀਂ ਕੀਤੀ ਸੀ। ਸੋ ਇਹਨਾਂ ਗੱਲਾਂ ਦਾ ਸਾਨੂੰ ਕਦੀ ਫਿਲਮ ਹੀ ਨਹੀਂ ਹੁੰਦਾ, ਅਸੀਂ ਇਹਨਾਂ ਗੱਲਾਂ ਤੇ ਕਦੀ ਗੌਰ ਹੀ ਨਹੀਂ ਕਰਦੇ। ਧਿਆਨ ਰੱਖਣਾ ਚਾਹੀਦਾ ਸਾਨੂੰ ਰਾਜਨੀਤੀ ਵਿੱਚ, ਤਾਂ ਹੀ ਉਹ ਸਾਡਾ ਜਿਹੜਾ ਦੇਸ਼ ਹੈ ਕੈਨੇਡਾ ਇਹ ਵਧੀਆ ਰਹਿ ਸਕੂਗਾ। ਨਹੀਂ ਤਾਂ ਜਿੱਦਾਂ ਸਾਡੇ ਭਰਾ ਉੱਥੇ ਸੜਕਾਂ ਤੇ ਬੈਠੇ ਤੇ ਸਾਨੂੰ ਵੀ ਬਹਿਣਾ ਪੈ ਜਾਊਗਾ। ਹੁਣ ਐਮਾਜ਼ੋਨ ਆਈ ਆ, ਕਦੀ ਕਿਸੇ ਨੇ ਕਦੀ ਗੱਲ ਕੀਤੀ ਆ। ਸਾਡੇ ਇੱਥੇ ਅਲਬਰਟਾ ਦੇ ਵਿੱਚ ਜਿਹੜੀ ਸਾਡੀ ਗਵਰਨਮੈਂਟ ਵੀ ਤਾਂ ਮੋਦੀ ਵਾਂਗੂ ਕੰਮ ਕਰ ਰਹੀ ਆ। ਇੱਥੇ ਰੈਲੀਆਂ ਹੋਈਆਂ, ਮੈਂ ਨਹੀਂ ਦੇਖਿਆ। ਹਾਲਾਂਕਿ ਮੈਂ ਸਲਾਹ ਦਿੱਤੀ ਸੀ ਵੀ ਇੱਥੇ ਜਿੱਦਾਂ ਜੋ ਆਪਾਂ ਕੈਨੇਡਾ 'ਚ ਇਹ ਕਰ ਰਹੇ ਆ ਉਹ ਸਰਕਾਰ ਦਾ ਵਿਰੋਧ ਤੇ ਘੱਟੋ ਘੱਟ ਆ ਜਿਹੜੀ ਸਾਡੀ ਅਲਬਰਟਾ ਦੀ ਸਰਕਾਰ ਹੈ ਇਹਦੇ ਖਿਲਾਫ ਵੀ ਥੋੜੇ ਬਹੁਤੇ ਬੈਨਰ ਪਾੜਨੇ ਚਾਹੀਦੇ, ਪਰ ਨਹੀਂ ਇਹੋ ਜਿਹੀ ਕੋਈ ਗੱਲ ਕਰਦੇ। ਸੋ ਮਾੜੀ ਗੱਲ ਹੈ ਜੀ, ਸਾਨੂੰ ਸੁਚੇਤ ਰਹਿਣਾ ਚਾਹੀਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਫਤਿਹ ਭਾਈ ਸਾਹਿਬ ਸਾਹਿਬ। ਹਰਜਿੰਦਰ ਸਿੰਘ ਜੀ ਲਾਈਨ ਨੰਬਰ 3। ਹਰਜਿੰਦਰ ਸਿੰਘ ਜੀ, ਮੈਂ ਪ੍ਰਿਤਪਾਲ ਸਿੰਘ ਸੇਖੋਂ ਨੂੰ ਬਾਅਦ ਚ ਲੈਣਾ, ਪਹਿਲਾਂ ਭੁਲਿੰਦਰ ਸਿੰਘ ਨਾਲ ਗੱਲ ਕਰਾਂ। ਭੁਲਿੰਦਰ ਸਿੰਘ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਇਹ ਕਹਿਣਾ ਸੀਗਾ ਜੀ ਵੀ ਆਪਾਂ ਨੂੰ ਬਾਹਲੀ ਫਿਕਰ ਕਰਨ ਦੀ ਲੋੜ ਨਹੀਂ। ਮਨ ਤਾਂ ਬਹੁਤ ਦੁਖੀ ਹੁੰਦਾ ਜਦੋਂ ਪੰਜਾਬ ਤੋਂ ਜਦੋਂ ਅਸੀਂ ਮੂਹਰੇ ਕੀਤੇ ਆ ਵੀ ਠੀਕ ਆ। ਅਸੀਂ ਚਲੋ ਮੈਂ ਤਾਂ ਸਾਰਿਆਂ ਨੇ ਰਲ ਮਿਲ ਕੇ ਵੀ ਠੀਕ ਆ। ਜੇ ਕਿਸਾਨ ਯੂਨੀਅਨ ਕਹਿੰਦੇ ਆ ਵੀ ਸਾਡੀ ਗੱਲ ਮੰਨ ਲਓ, ਬਹੁਤ ਹੱਦ ਤੱਕ ਹਰ ਬੰਦੇ ਨੇ ਆਪਦੇ ਆਪ ਨੂੰ ਰੋਕਿਆ ਹੋਇਆ ਵੀ ਚੱਲ ਠੀਕ ਆ ਯਾਰ, ਜੇ ਕਹਿੰਦੇ ਆ ਵੀ ਠੀਕ ਆ ਆਪਾਂ ਇਹਨਾਂ ਦੀ ਸਪੋਰਟ ਕਰੋ। ਪਰ ਜਦੋਂ 84 ਦੀ ਗੱਲ ਆਉਂਦੀ ਆ ਉਦੋਂ ਵੀ ਸਾਡੇ ਰੇਡੀਓ ਤੇ ਕੁਛ ਕੁ ਗੱਲ ਆ ਕੇ ਨਹੀਂ ਜੀ ਇਹ ਗਲਤ ਸੀਗਾ, ਬੰਦਾ ਐ ਸੀ ਉਹ ਸੀ, ਹਨਾ। ਉਹ ਹੁਣ ਤਾਂ ਤੁਹਾਡੇ ਬੰਦੇ ਮੂਹਰੇ ਕੀਤੇ ਹੋਇਆ ਉੱਥੇ, ਹੁਣ ਕਦੋਂ ਤੁਸੀਂ ਧਰਮ ਦੀਆਂ ਉੱਥੇ ਗੱਲਾਂ ਛੇੜਦੇ ਹੋ? ਠੀਕ ਆ ਨਾ। ਹੁਣ ਤਾਂ ਉਹਨਾਂ ਦੇ ਹੱਕ 'ਚ ਬੋਲ ਪੋ। ਚੱਲ ਜੇ ਸਾਡੇ ਵਾਲੇ ਪਾਸਿਓਂ ਨਹੀਂ ਬੋਲਣਾ, ਹੁਣ ਤਾਂ ਤੁਹਾਡੇ ਹੀ ਬੰਦੇ ਮੂਹਰੇ ਰਹੇ ਜਿਹਦੀ ਸੋਚ ਤੁਸੀਂ ਹਰ ਰੋਜ਼ ਰੇਡੀਓ ਤੇ ਇੱਥੇ ਲਿਆ ਕੇ ਬੋਲਦੇ ਹੋ, ਟਾਈਮ ਖਰਾਬ ਕਰਦੇ ਹੋ ਲੋਕਾਂ ਦਾ। ਠੀਕ ਆ, ਦੇਖੀ ਅਸੀਂ ਵੀ ਸਾਰਾ ਕੁਝ ਜਾਣਦੇ ਆ। ਅਸੀਂ ਵੀ ਆਪਦਾ ਫਿਰ ਉਸ ਹਿਸਾਬ ਨਾਲ ਪਲਾਨ ਬਣਾਵਾਂਗੇ। ਹੋਰ ਕੋਈ ਬਣਾਵੇ ਨਾ ਬਣਾਵੇ, ਮੈਂ ਤਾਂ ਆਪਦਾ ਮਿਥ ਲਿਆ। ਇਸ ਤੋਂ ਬਾਅਦ ਅਸੀਂ ਵੀ ਆਪਦੇ ਉਸ ਢੰਗ ਨਾਲ ਕਾਲਾਂ ਕਰਨੀਆਂ ਨੇ ਵੀ ਅਗਲੇ ਨੂੰ ਰੋਣ ਵੀ ਨਹੀਂ ਦੇਣਾ ਤੇ ਅਗਲੇ ਨੇ ਚਪੇੜਾ ਵੀ ਮਾਰਨੀ ਆ। ਬਾਕੀ ਰਹੀ ਗੱਲ ਇਹ ਜਿਹੜੇ ਬੰਦੇ ਦੀ ਸੋਚ ਇਹ ਹੋਵੇ ਆ ਵੀ ਸੁਣ ਰਹੇ ਤੇ ਬੰਦੇ ਦੀ ਟਰੱਕ ਚਲਾਉਣ ਵਾਲੇ ਦੀ ਵੀ, ਮੇਰਾ ਤਾਂ ਜੀ ਟਰੂਡੋ ਵੇਲੇ ਘਰ ਉਦੋਂ ਲਿਬਰ ਜਿਹੜੀ ਪੀਸੀ ਦੀ ਸਰਕਾਰ ਸੀਗੀ, ਮੇਰਾ ਘਰ ਮਹਿੰਗਾ ਵਿਕ ਗਿਆ। ਬਾਕੀ ਦਾ ਆਪਾਂ ਨੂੰ ਪਤਾ ਨਹੀਂ ਉਹ ਕੀ ਮਤਾਂ ਦਊ ਯਾਰ ਰੇਡੀਓ ਤੇ ਆ ਕੇ ਤੁਹਾਨੂੰ। ਤੇ ਜਿਹੜਾ ਬੰਦਾ ਇਹ ਕਹੇ ਵੀ ਮੈਂ ਪਹਿਲਾਂ ਸਿੱਖੀ ਨੂੰ ਨਹੀਂ ਸੀ ਮੰਨਦਾ, ਮੈਂ ਤਾਂ ਨੇਕੀ ਦੀਆਂ ਗੱਲਾਂ ਦੇਖ ਕੇ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ, ਉਹ ਯਾਰ ਕੀ ਤੁਹਾਡੇ ਯਾਰ ਲੈਵਲ ਮਾੜਾ ਆਪਦਾ ਪਹਿਲਾਂ ਲੈਵਲ ਉੱਪਰ ਚੱਕੋ, ਫੇਰ ਗੱਲ ਕਰਨ ਆਇਆ ਤੁਸੀਂ। ਧੰਨਵਾਦ। ਧੰਨਵਾਦ ਜੀ। ਪ੍ਰਿਤਪਾਲ ਸਿੰਘ ਸੇਖੋਂ ਜੀ ਤੇ ਸੁੱਖੀ ਸੰਧੂ ਦੋਨੇ ਮੇਰੇ ਨਾਲ ਨੇ। ਪਹਿਲਾਂ ਸੇਖੋਂ ਸਾਹਿਬ ਨਾਲ ਗੱਲ ਕਰਦਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਤੇ ਗਿੱਲ ਸਾਹਿਬ ਜਵਾਬਦੇਹੀ ਦੀ ਗੱਲ, ਸੇਖੋਂ ਸਾਹਿਬ ਮੇਰੇ ਮਨ 'ਚ ਜਵਾਬਦੇਹੀ ਦੀ ਗੱਲ ਹੈ ਵੀ ਇਹ ਕਿੰਨੇ ਕੁ ਲੈਵਲ ਤੱਕ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ? ਜਿਹੜੇ ਆਪਣੇ MP MLA ਨੇ, ਅਸੀਂ ਕੀ ਇਹਨਾਂ ਤੋਂ ਐਕਸਪੈਕਟ ਕਰ ਸਕਦੇ? ਤੁਸੀਂ ਇਹਦੇ ਤੇ ਕੰਮ ਕਰਦੇ ਹੋ, ਬਹੁਤ ਕਲੀਅਰ ਕਰੋ ਜੀ।
ਹਾਂਜੀ देखो मैं ਜਿਹੜੀ ਕੈਨੇਡੀਅਨ ਪੋਲਿਟਿਕਸ ਦੇ ਉੱਪਰ ਹਮੇਸ਼ਾ ਨਿਗਾਹ ਰੱਖਦਾ ਔਰ ਪਿਛਲੇ 2 ਹਫ਼ਤਿਆਂ ਤੋਂ ਇਹ ਰੌਲਾ ਪੈ ਰਿਹਾ ਸੀਗਾ ਕਿ ਜਦੋਂ ਕੈਨੇਡੀਅਨ ਦੇ ਲਈ ਬਾਹਰ ਜਾਣਾ ਟਰੈਵਲਿੰਗ ਬੈਨ ਹੈਗਾ ਤਾਂ MP MLA ਕਿਉਂ ਟਰੈਵਲ ਕਰ ਰਹੇ ਨੇ ਔਰ ਉਦੋਂ ਇਹ ਗੱਲ ਗੋਲੀ ਨਹੀਂ ਜਾ ਰਹੀ ਸੀਗੀ ਤਾਂ शुरुआत हुई अंटेरियो के फाइनेंस मिनिस्टर तो जदों पता लगा डग फोर्ड नूं कि उत्थे डेथ बहुत हाई रेट हो रही है तो फाइनेंस मिनिस्टर का पता ही नहीं कित्थे हैगा और विदाउट इन्फॉर्मेशन वो कंट्री तो बाहर चला गया तो जिदे करके डग फोर्ड ने उन्होंने कवर अप करना भी चाहया उन्होंने इमीडिएट वापस भी बुलाया पर लोगों के रोह के अगे उन्होंने रिजाइन करना पिया और उस तो बाद सिलसिला शुरू होया NDP दे एक कॉकस मैंबर नूं अपनी उस तो हाथ धोना पिया ते उस तो बाद अगला सिलसिला शुरू है कंजरवेटिव पार्टी तो जिथे कंजरवेटिव एथिक कमेटी दे MP नूं भी रिजाइन करना पिया एथिक कमेटी तो और इदा ही उन्होंने ऐलान करना पिया कि मैं अगली इलैक्शन भी नहीं लड़ांगा ते 5 लिबरल दे MP भी इसे संदर्भ दे विच आए ने पर उन्हां दे खिलाफ कार्रवाई की हुंदी है ये जस्टिन ट्रूडो साहब जवाब दे सकते हैं क्योंकि जे तुसी जरूरत तो बगैर वकेशन के लिए ट्रैवलिंग कर रहे हो तुसी आके इत्थे वापस जिहड़ा अपना हफ्ता लैंदे सीगे वो नहीं मिलेगा अज ऐलान किया टूडो साहब लोकां लई तां तुसीं कानून बना दिंदे हो रातों रात लोकां लई तां सख्ती कर दिंदे हो ठीक है मैं मानना ये तुसीं तुहाडा हक है करो पर अपने MPआं लई तुसीं की कर रहे हो इहदा जवाब दिओ मंगदा मैं क्योंकि इकल्ले तुसीं पोस्टां तो रिजाइन करा के कॉकस दे विच बिठा के मोटियां तनखावां लैण वास्ते तुसीं इन्हां नूं क्यों रखोगे लोकां दा दबाव इस वेले पूरा है कि ਇਹ ਆਪਣੀਆਂ ਪੋਸਟਾਂ ਦੇ ਨਾਲ ਆਪਣੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰਨਾ ਚਾਹੇ ਉਹ MLA ਨੇ ਅੱਛਾ ਸੇਖੋ ਸਾਹਿਬ ਇਹ ਪਤਾ ਲੱਗ ਰਿਹਾ ਜੀ ਹੋਰ ਵੀ ਲਿਸਟ ਹੈ ਉੱਥੇ ਹੋਰ ਵੀ ਕਹਿੰਦੇ ਬੰਦੇ ਹੋਰ ਵੀ ਆ ਰਹੇ ਨੇ ਗੱਲ ਸਹੀ ਹੈ ਦੇਖੋ ਜੀ ਆਪੋਜੀਸ਼ਨ ਮੈਂਬਰ ਸੈਨੇਟਰ ਜਿਹੜਾ ਹੈਗਾ ਉਹ ਵੀ ਇਸੇ ਲਿਸਟ ਦੇ ਵਿੱਚ ਹੈ ਜੀ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਆਪਣੇ ਜੇਸਨ ਕੈਨੀ ਦੇ ਕੈਬਨਿਟ ਦੇ ਵਿੱਚ कैबिनेट मिनिस्टर ਨੂੰ रिजाइन करना ਪਿਆ ਉਹਨਾਂ ਦੇ ਚੀਫ ਆਫ ਸਟਾਫ ਨੂੰ रिजाइन करना ਪਿਆ 8 MLA ਨੂੰ ਕਲਿਪ ਕੀਤਾ ਗਿਆ ਤੇ ਇਦਾਂ ਹੀ ਸਕੈਚਵਨ ਦੇ ਵਿੱਚ ਹਾਈਵੇ ਮਿਨਿਸਟਰ ਨੂੰ रिजाइन करना ਪਿਆ ਤੁਸੀਂ ਦੇਖੋ ਕਿ ਇਹ ਜਿਹੜੀ ਚੀਜ਼ ਹੈਗੀ ਹੈ ਜਦੋਂ ਸਰਕਾਰਾਂ ਨੇ ਬਾਹਰ ਜਾਣ ਤੇ ਪਾਬੰਦੀ ਲਾ ਰੱਖੀ ਹੈ ਕੈਨੇਡੀਅਨ ਦੇ ਔਰ ਕੈਨੇਡੀਅਨ ਨੂੰ ਟਰੈਵਲ ਕਰਨ ਤੋਂ ਰਿਸਟ੍ਰਿਕਟ ਕੀਤਾ ਹੋਇਆ ਹੈ ਤਾਂ ਸਾਡੇ ਪੋਲੀਟੀਸ਼ੀਅਨ मतलब कि तुसीं हैरान होवोगे कि एक सैनेट का ओपोजिशन लीडर होवे वो फ्लाई करन तो पहला ट्वीट करे लोगों को नसीहत दवे कि तुसीं घरों बाहर नहीं जाना तुसीं ट्रैवल नहीं करना तुसीं कोविड दे विच सरकार की हैल्प करो कर्व नूं फ्लैट करने लई और आप फ्लाई मैक्सीको कर जाओगे ਇਹ ਜੇ ਜਦੋਂ ਹਾਲਾਤ ਹੋਣ ਇਹ ਜੇ ਸਾਡੇ ਪੋਲੀਟੀਸ਼ੀਅਨਾਂ ਦੇ ਡਬਲ ਸਟੈਂਡਰਡ ਹੋ ਜਾਣ ਕਿ ਮਤਲਬ ਕਿ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਤਾਂ ਸਾਡਾ ਜਿਹੜਾ ਪੋਲੀਟੀਸ਼ੀਅਨਾਂ ਦਾ ਸਟੈਂਡਰਡ ਹੈਗਾ ਉਹ ਕਿੰਨਾ ਕੁ ਮਿਆਰ ਥੱਲੇ ਗਿਰ ਗਿਆ ਹੈਗਾ ਔਰ ਇਹ ਜੇ ਜਦੋਂ ਡਬਲ ਸਟੈਂਡਰਡ ਹੋ ਜਾਣ ਪੋਲਿਟਿਕਸ ਔਰ ਪੋਲੀਟੀਸ਼ੀਅਨਾਂ ਦੇ ਤਾਂ ਦੇਸ਼ ਦਾ ਕੀ ਹਾਲ ਹੋਏਗਾ ਇਹ ਤੁਸੀਂ ਸਮਝ ਸਕਦੇ ਹੋ ਤੁਹਾਡੇ ਸਰੋਤੇ ਸਮਝ ਸਕਦੇ ਨੇ ਮੈਂ ਤਾਂ ਹਮੇਸ਼ਾ कोशिश करदा कि तुहाडे ਸਰੋਤਿਆਂ ਨੂੰ जानकारी देवां कि इस मुल्क दे विच किन्ना करप्ट सिस्टम है और पॉलिटिशियन किन्ने करप्ट ने इन्हां ते असीं विश्वास ना करिए इन्हां नूं अकाउंटेबल बनाइए इन्हां नूं आंसरेबल बनाइए देखो जे असीं साडे सिस्टम ने इन्हां नूं अकाउंटेबल बनाया लोकां दे प्रैशर ने इन्हां नूं दबाव थले लिआंदा तां इन्हां नूं रिजाइन करना पिया हुण मैं चाहना कि असीं दबाव बनाइए कि ਜਿਹੜੇ MP ਜਿਹੜੇ MLA ने गवर्नमेंट रिस्ट्रिक्शन तो बाद विदाउट परमिशन ट्रैवल किया है वो सारे दे सारे कॉकस मैंबरशिप भी उन्होंने कड्डी जाए प्लस उन्होंने जेडे अपने ऑफिस बैठे ने उथों रिजाइन कराया जाए क्योंकि एग्जाम्पल सैट होएगी इन्होंने रिजाइन
ਕਰਨਾ ਪੈਣਾ ਔਰ ਕਰਨਗੇ। ਇਹ ਪਬਲਿਕ ਪ੍ਰੈਸ਼ਰ ਅਸੀਂ ਬਣਾਈਏ ਤਾਂ ਜੋ ਅਸੀਂ ਇਹਨਾਂ ਨੂੰ ਅਕਾਊਂਟੇਬਲ ਬਣਾ ਸਕੀਏ ਜੀ। ਥੈਂਕ ਯੂ ਜੀ। ਧੰਨਵਾਦ ਸੇਖੋਂ ਸਾਹਿਬ। ਸੁਖੀ ਸੰਧੂ ਜੀ ਇੱਕ ਬ੍ਰੇਕ ਲੈ ਲਵਾਂ ਤੇ ਫਿਰ ਆਪਾਂ ਗੱਲ ਕਰਦੇ। ਸੁਖੀ ਸੰਧੂ ਮੇਰੇ ਨਾਲ ਨੇ, ਕਮਿਊਨਿਟੀ ਐਕਟਿਵਿਸਟ ਨੇ, ਸਦਾ ਕੰਮ ਕਰਦੇ ਨੇ। ਉਹ ਜਦ ਵੀ ਕਿਤੇ ਕਮਿਊਨਿਟੀ ਦੀ ਜ਼ਰੂਰਤ ਹੈ ਕੋਸ਼ਿਸ਼ ਆਪ ਕਰਦੇ ਨੇ ਵੀ ਮਿਹਨਤ ਕਰਾਂ, ਚਾਹੇ ਵੇਕ ਅਫਸਰੀ ਦੀ ਗੱਲ ਹੈ, ਚਾਹੇ ਫਲਾਈਟਸ ਲਿਆਉਣ ਲਈ ਦਿਨ ਰਾਤ ਕੰਮ ਕਰਦੇ। ਹੁਣ ਬਹੁਤ ਦਿਨਾਂ ਦਾ ਸੁਲਗੋ ਹੋ ਰਿਹਾ ਮਨ 'ਚ, ਜਦ ਵੀ ਕਦੇ ਮੈਸੇਜ ਆਉਂਦਾ ਵੀਰ ਜੀ ਇਹ ਸਾਡੇ ਕਿਉਂ ਨਹੀਂ ਬੋਲਦੇ। ਮੈਂ ਕਿਹਾ ਯਾਰ ਹੁਣ ਧੱਕੇ ਨਾਲ ਕਿਵੇਂ ਬੁਲਵਾ ਲਈਏ। ਮੇਰੇ ਨਾਲ ਨੇ ਸੁਖੀ ਸੰਧੂ ਜੀ, ਸਵਾਗਤ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਵੀਰ ਜੀ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਲਿਸਨਰਸ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਛਾ ਸੁਖੀ, ਇਹ ਜਿਹੜਾ ਤੁਸੀਂ ਇਸ ਦੇ ਮਨ ਦੇ ਵਿੱਚ ਹੈ ਕਿ ਸਾਡੇ ਰਾਜਨੀਤਿਕ ਬੰਦੇ ਜਿਹੜੇ ਪੰਜਾਬ ਤੋਂ ਆਏ ਨੇ ਜਾਂ ਸਾਡੇ ਮੂਲ ਦੇ ਨੇ, ਉਹਨਾਂ ਨੂੰ ਅਸੀਂ ਖਾਸ ਤੌਰ ਤੇ ਕਹਿੰਦੇ ਆ ਵੀ ਇਸ ਸੰਘਰਸ਼ ਦੇ ਬਾਰੇ ਉਹ ਕਿਉਂ ਨਹੀਂ ਬੋਲਦੇ। ਹਾਂ, ਦੂਜੇ ਦੇਸ਼ਾਂ 'ਚ ਅਮਰੀਕਾ ਦੀ ਤੁਸੀਂ ਲਿਸਟ ਭੇਜੀ, ਜਿਹੜੇ ਉੱਥੇ ਦੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਮੈਂਬਰ ਨੇ ਉਹਨਾਂ ਨੇ, ਬਾਕੀ ਢੇਸੀ ਉਹਨਾਂ ਨੇ ਬਲੈਤ ਦੇ ਵਿੱਚੋਂ, ਉਹਨਾਂ ਨੇ ਓਪਨ ਨਹੀਂ ਲਿਖਿਆ। ਇਹਨਾਂ ਦੇ ਕਹਿਣ ਦੇ ਨਾਲ ਕੋਈ ਫਰਕ ਪਊ ਜਾਂ ਨਹੀਂ ਪਊ? ਇਹ ਕਿਉਂ ਨਹੀਂ ਲਿਖ ਰਹੇ ਫਿਰ? ਕੀ ਤੁਹਾਡੇ ਮਨ ਦੇ ਵਿੱਚ ਹੈ? ਵਿੱਚ ਇਹ ਗੱਲ ਆਪਾਂ ਵੀ ਕਈ ਵਾਰੀ ਆਈ ਥਿੰਕ ਜੋਸ਼ ਕਰਕੇ ਆਪਾਂ ਜਦੋਂ ਪੋਲੀਟੀਸ਼ੀਅਨ ਸਾਡੇ ਨਾਲ ਫੋਟੋਆਂ ਲਾਉਂਦੇ ਆ ਜਾਂ ਕੋਈ ਟਵੀਟ ਕਰ ਲੈਂਦੇ ਆ, ਆਪਾਂ ਬਹੁਤ ਖੁਸ਼ ਹੋ ਜਾਂਦੇ ਆ, ਸਾਨੂੰ ਕੋਈ ਬੁਰਕੀ ਦੇ ਦੇਵੇ। ਪਰ ਅਸੀਂ ਕੋਈ ਆਪਾਂ ਇੰਟੈਲੈਕਚੁਅਲੀ, ਅਫਸੋਸ ਆਈ ਗੱਲ, ਅਸੀਂ ਇੰਟੈਲੈਕਚੁਅਲੀ ਐਨਾਲਾਈਜ਼ ਨਹੀਂ ਕਰ ਰਹੇ ਵੀ ਸਾਡੇ ਨਾਲ ਕੀ ਹੋ ਰਿਹਾ। ਇਹ ਜਿਹੜਾ ਐਜ਼ ਅ ਐਨਆਰਆਈਜ਼ what we can do is ਇਹ ਜਿਹੜਾ ਇਸ਼ੂ ਆ ਕਿਸਾਨਾਂ ਦਾ, ਇਹ ਇਕੱਲਾ ਪਹਿਲਾਂ ਤਾਂ ਹੁੰਦਾ their right to peacefully protest ਉਸ ਅੰਡਰ the United Nations। ਪਰ ਮੇਰੇ ਹਿਸਾਬ ਦੇ ਨਾਲ ਭਾਵੇਂ ਮੇਰਾ ਜੰਮਪਲ ਇੱਥੇ ਆ, ਮੇਰੇ ਉੱਥੇ ਕੋਈ ਜ਼ਮੀਨ ਨਹੀਂ ਹੈ, ਪਰ ਮੈਨੂੰ ਜੇ ਦੂਜਾ ਇਸ਼ੂ ਮੇਰੇ ਤੋਂ ਬਹੁਤ ਹੁੰਦਾ ਉਹ ਹੈ ਹੈਗਾ ਵੀ ਜਿਹੜਾ ਸਾਨੂੰ ਟੈਰਰਿਸਟ ਜਾਂ ਸਾਡੀ ਆਈਡੈਂਟੀਟੀ ਤੇ ਅਟੈਕ ਹੋ ਰਿਹਾ। ਐਂਡ ਮੈਨੂੰ ਇਸ ਗੱਲ ਤੇ ਮੈਨੂੰ ਬਹੁਤ ਗੁੱਸਾ ਵੀ ਆ ਰਿਹਾ। ਮੈਂ ਆਪਦੀ ਫੇਸਬੁੱਕ ਵੀ ਬੰਦ ਕਰਤੀ ਬਿਕਾਜ਼ ਮੈਂ ਇੱਥੇ ਤੱਕ ਮੈਨੂੰ ਇਮੋਸ਼ਨਲੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਵੀ ਭਲੇ ਲੋਕੋ ਵੀ ਸਾਡੇ MLAs ਨੂੰ, ਸਾਡੇ MPs ਨੂੰ ਤੁਸੀਂ ਮਾੜਾ ਮੋਟਾ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਸਾਡੇ ਤੇ ਇੰਨਾ ਅਟੈਕ ਹੋ ਰਿਹਾ ਪੰਜਾਬੀਆਂ ਤੇ, ਸਿੱਖਾਂ ਤੇ ਇਹ ਲੋਕ ਟੈਰਰਿਸਟ ਆ ਤੇ ਤੁਹਾਨੂੰ ਕੋਈ ਫਰਕ ਨਹੀਂ, ਤੁਹਾਨੂੰ ਕੋਈ ਜਾਗੋ ਨਹੀਂ ਹੈਗੀ, ਤੁਹਾਡੇ ਖੂਨ 'ਚ ਕੋਈ ਫੀਲਿੰਗ ਨਹੀਂ ਹੈ ਤੇ ਇਹ ਗਲਤ ਆ। ਤੁਸੀਂ ਉਹੀ ਪੋਲੀਟੀਸ਼ੀਅਨ ਜਿਹੜੇ ਬਲੈਕ ਲਾਈਵਜ਼ ਮੈਟਰ ਤੇ ਉਦੋਂ ਟਵੀਟ ਤੇ ਜਦੋਂ ਕੌਮਕਾਟਾ ਮਰੂ ਹਰੇਕ ਸਾਲ ਦੀ ਕੀ ਕਹਿੰਦੇ ਐਨੀਵਰਸਰੀ ਹੁੰਦੀ ਆ ਉਦੋਂ ਤੁਸੀਂ ਬੋਲ ਪੈਂਦੇ ਆ ਬਿਕਾਜ਼ ਉਹ ਸੌਖਾ ਵਾ। ਜਦੋਂ 1980 ਇਸ਼ੂ ਹੁੰਦਾ ਮੈਨੂੰ ਜਿਹੜੀ ਮੈਂ ਗੱਲ ਕਹਿ ਰਿਹਾ ਤੁਹਾਡੇ ਕੱਲੇ ਲਿਸਨਰਸ ਨੂੰ ਪਤਾ ਹੋਣਾ ਚਾਹੀਦਾ, ਸਾਡੇ ਪਾਰਲੀਮੈਂਟਰੀ ਸਿਸਟਮ ਦੇ ਅੰਡਰ ਜਿਹੜਾ ਅਫੀਸ਼ੀਅਲ ਪ੍ਰੋਟੋਕਾਲ ਆ, every MLA and MP should write a letter to the Indian ambassador and to the Canadian foreign minister on number one that farmers have a right to peacefully protest. Secondly, but jehda attack ho raha hai, jeh defamation ho rahi hai farmers pe, that is an attack on all. ਹੁਣ ਮੇਰੇ ਬੱਚੇ ਆ, ਮੇਰੇ ਬੱਚਿਆਂ ਤੇ ਵੀ ਅਸਰ ਪੈ ਰਿਹਾ, ਪਾਣਾ ਇੱਥੇ ਜੰਪ ਵਾਲਾ ਉਹਨਾਂ ਤੇ ਵੀ ਦਾਗ ਆ ਰਿਹਾ ਵੀ ਇਹ ਟੈਰਰਿਸਟ ਆ। ਜੋ ਕੱਲ ਨੂੰ ਜੋ ਹੋਰੇ ਸਾਨੂੰ ਕਹਿਣਗੇ ਵੀ ਤੁਸੀਂ ਟੈਰਰਿਸਟ ਆ, ਫਿਰ ਇਹ MLA ਤੇ MP ਬੋਲਣਗੇ। ਹੁਣ ਮੈਨੂੰ ਇਸ ਗੱਲ ਤੇ ਨਹੀਂ ਸਮਝ ਆਉਂਦੀ ਵੀ ਜੇ ਇਹੀ MPs ਆ ਜਦੋਂ ਟਰੂਡੋ ਦਾ ਟੂਰ ਫੇਲ ਹੋ ਗਿਆ ਸੀਗਾ, ਫੇਲ ਇਸ ਕਰਕੇ ਹੋਇਆ ਉਹਨਾਂ ਦੀ ਆਪਦੀ ਕਰਕੇ, ਤੇ ਇਹੀ MPs ਆ, ਰਣਜੀਤ ਸਰਾਏ ਲੈ ਲਓ, ਸੁਖ ਧਾਲੀਵਾਲ ਲਾ ਲਓ, ਹੋਰ ਵੀ ਲਾ ਲਓ, ਜਿਨ੍ਹਾਂ ਨੇ ਕਿਹਾ ਵੀ ਇੰਡੀਅਨ ਇੰਟੈਲੀਜੈਂਸ ਨੇ ਸਾਡੇ ਨਾਲ ਇੰਟਰਫੀਅਰੈਂਸ ਕੀਤੀ ਆ। ਤੇ ਹੁਣ ਤੁਹਾਡੇ 'ਚ ਕੋਈ ਦਮ ਨਹੀਂ, ਹੁਣ ਤੁਹਾਡੇ 'ਚ ਕੋਈ ਕੁਰਜ ਹੈ ਹੀ ਨਹੀਂ। ਇਹਦਾ ਮਤਲਬ ਤੁਸੀਂ ਇੰਡੀਅਨ
ਇੰਟੈਲੀਜੈਂਸ ਅੰਦਰ ਇਨਫਲੂਐਂਸ ਉਹਨਾਂ ਦੀ ਜਿੱਤ ਆ ਤੇ ਤੁਹਾਡੀ ਹਾਰ। ਸਾਡੇ ਜਿਹੜੇ ਕੈਨੇਡੀਅਨ ਡੈਮੋਕ੍ਰੇਸੀ ਦੀ ਹਾਰ ਹੋ ਰਹੀ ਹੈ। ਸਾਡੀ ਜਿਹੜੀ ਕੈਨੇਡੀਅਨ ਡੈਮੋਕ੍ਰੇਸੀ ਆ ਉਹ ਅਲੱਗ ਹੋਣੀ ਚਾਹੀਦੀ ਹੈ ਕੋਈ ਹੋਰ ਫੋਰਨ ਗਵਰਨਮੈਂਟ ਦੀ ਇਨਫਲੂਐਂਸ ਤੋਂ। ਤੁਸੀਂ ਮੈਨੂੰ ਦੱਸੋ ਵੀ ਜੀ ਇਹ ਜਿਹੜੇ ਸਾਨੂੰ ਦੁੱਖ ਹੋ ਰਹੇ ਇਹ ਡਰ ਫਿਰ ਕਿਹੜੀ ਗੱਲ ਦਾ ਵੀ ਇਸ ਗੱਲੋਂ ਡਰਦੇ ਨੇ ਵੀ ਮੁੜ ਕੇ ਵੀਜ਼ਿਆਂ ਦਾ ਪਹਿਲਾਂ 84 ਚ ਬੋਲਤਾ ਤੇ ਮੁੜ ਕੇ ਅਗਲੇ ਨੇ ਵੀਜ਼ੇ ਨਹੀਂ 10-10 ਸਾਲ ਦਿੱਤੇ, ਮਿੰਟਾਂ ਨਾਲ ਦਿੱਤੇ, ਪਰ ਫਿਰ ਉਹ ਦਫ਼ਤਰ ਜਿਹਦੇ ਚ ਬੈਠੇ ਹੋ, ਜਿਹਦੇ ਚ ਰਿਪਰੈਜ਼ੈਂਟ ਕਰਦੇ ਹੋ ਐਡੀ ਆਪਣੇ ਕੰਸਟੀਚੁਐਂਸੀਜ਼ ਨੂੰ, ਉਹਨਾਂ ਦਾ ਜਵਾਬ ਦੇ ਫਿਰ। ਨਹੀਂ ਕੱਲੇ ਇਹ ਵੀਜ਼ਿਆਂ ਦੀ ਗੱਲ ਨਹੀਂ ਹੈਗੀ ਜਾਂ ਲਾਲ ਬੱਤੀ ਆਈ ਗੱਲ। ਜਦੋਂ ਆਪਾਂ ਇੰਡੀਆ ਇੰਡੀਆ ਜਾਂਦੇ ਆ, ਜਿਹੜਾ ਇਮੀਗ੍ਰੇਸ਼ਨ ਦਾ ਬਿਜ਼ਨਸ ਹੀ ਆ ਉਹ ਬਹੁਤ ਤੁਹਾਨੂੰ ਵੀ ਪਤਾ ਇਸ ਮਲਟੀ $million ਬਿਜ਼ਨਸ ਜੀ, ਐਂਡ ਨਾਲੇ ਟ੍ਰੇਡ ਦਾ ਬਿਜ਼ਨਸ, ਰਾਈਟ। ਐਂਡ ਜੇ ਆਪਾਂ ਦੇਖੀਏ ਅਸੀਂ ਇੰਨਾ ਗਲਤ ਕੰਮ ਕਰ ਰਹੇ ਹਾਂ ਸਾਡੇ ਐਮਪੀਜ਼ ਦੇ। ਜੇ ਸਾਡੇ ਐਮਪੀ ਜਾਂ MLA ਵੀ ਲਾ ਲਓ, ਮੈਂ ਹੁਣ ਤਾਂ ਖੁੱਲ ਕੇ ਗੱਲ ਮੈਂ ਕਹਿਣ ਨੂੰ ਤਿਆਰ ਹਾਂ, ਇਹਨਾਂ ਦਾ ਜੇ ਇਨਰ ਸਰਕਲ ਆ, ਇਹਨਾਂ ਦਾ ਇਨਰ ਸਰਕਲ ਆ ਹੁੰਦਾ ਵੇ ਕੈਨੇਡੀਅਨ ਇੰਡੀਅਨ ਕਾਉਂਸਲੇਟ ਨਾਲ ਜਾਂ ਇੰਡੀਅਨ ਐਮਬੈਸਡਰ ਨਾਲ ਅਸੀਂ ਲਿੰਕ ਰੱਖੀਏ, ਰਾਈਟ, ਬਿਕਾਜ਼ ਇਟਸ ਅ ਬਿਗ ਬਿਜ਼ਨਸ। ਪਰ ਇਹਨਾਂ ਨੂੰ ਆਹ ਤਾਂ ਸੋਚਣੀ ਚਾਹੀਦੀ ਹੈ ਗੱਲ ਵੀ ਜਿਹੜਾ ਤੁਹਾਡੀ ਆਈਡੈਂਟਿਟੀ ਆ ਉਹ ਸਭ ਤੋਂ ਵੱਡੀ ਜੀ ਸਾਡੀ ਮਾਂ ਬੋਲੀ ਆ ਜਾਂ ਸਾਡੀ ਮਾਂ ਕਲਚਰ ਆ ਜਾਂ ਸਾਡੀ ਆਈਡੈਂਟਿਟੀ ਆ, ਉਹ ਸਭ ਤੋਂ ਕੀਮਤੀ ਚੀਜ਼ ਆ। ਐਂਡ ਮੈਨੂੰ ਇੱਕ MLA NDP ਦੇ ਨੇ ਵੀ ਮੇਰੀ ਫੇਸਬੁੱਕ ਤੇ ਲਿਖਿਆ ਇਹ ਫੈਡਰਲ ਇਸ਼ੂ ਆ। ਮੈਂ ਇਹਨੂੰ ਉਸ MLA ਨੂੰ ਵੀ ਕਹਿਣਾ ਮੰਗਦਾ ਵੀ ਤੁਸੀਂ ਉਦੋਂ ਫੈਡਰਲ ਇਸ਼ੂ ਸੀਗਾ ਜਦੋਂ ਤੁਸੀਂ ਬਲੈਕ ਲਾਈਵਸ ਮੈਟਰ ਤੇ ਟਵੀਟ ਕਰ ਰਹੇ ਸੀਗੇ, ਉਦੋਂ ਤਾਂ ਤੁਸੀਂ ਬਿਕਾਜ਼ ਗੱਲ ਹੁਣ ਇੱਥੇ ਆਉਂਦੀ ਆ। ਹੁਣ ਪਤਾ ਲੱਗਦਾ ਤੇ ਤੁਹਾਡੇ ਚ ਦਮ ਕਿੰਨਾ ਕਿ ਜਦੋਂ ਤੁਹਾਨੂੰ ਰਿਸਕ ਲੈਣਾ ਪੈਂਦਾ, ਜਦੋਂ ਤੁਹਾਨੂੰ ਇਹ ਚਾਹੁੰਦੇ ਵੀ ਗੋਰੇ ਲਿਖਣ ਚਿੱਠੀਆਂ, ਕਿ ਗੋਰਿਆਂ ਨੇ ਕਦੇ ਇੰਡੀਆ ਨਹੀਂ ਜਾਣਾ। ਇਹ ਚਾਹੁੰਦੇ ਵੀ ਟਰੂਡੋ ਟਵੀਟ ਕਰੇ। ਤੁਹਾਡੇ ਚ ਦਮ ਨਹੀਂ ਹੈਗਾ। ਤੁਸੀਂ ਤੁਹਾਡੇ ਕੋਲ ਚਿੱਠੀ ਲਿਖੋ, ਤੁਸੀਂ ਚਿੱਠੀ ਲਿਖੋ ਇੰਡੀਅਨ ਐਮਬੈਸਡਰ ਨੂੰ ਵੀ ਜਿਹੜਾ ਤੁਸੀਂ ਗਲਤ ਸਾਡੇ ਤੇ ਅਟੈਕ ਕਰ ਰਹੇ ਆ, ਗਲਤ ਸਾਡੇ ਆਈਡੈਂਟਿਟੀ ਤੇ ਤੁਸੀਂ ਸਾਨੂੰ ਟੈਰਰਿਸਟ ਕਹਿ ਰਹੇ ਆ। ਇਹ ਬਹੁਤ this is defamatory, it is very dangerous। ਤੇ ਕੱਲ ਨੂੰ ਇਨਸਟ੍ਰੀਮ ਵੀ ਸਾਨੂੰ ਇਹੀ ਕਹੂਗੀ। ਪਰ ਤੁਸੀਂ ਦੱਸੋ ਵੀ ਜੀ ਕੱਲ ਨੂੰ ਤੁਹਾਨੂੰ ਸਟ੍ਰੀਟ ਤੇ ਬਿਲਕੁਲ ਉਹ ਤਾਂ ਪੀਸਫੁਲ ਹੈ। ਹੁਣ ਤਾਂ ਕੁਝ ਕਹਿੰਦੇ ਹੀ ਨਹੀਂ ਕਿਸੇ ਨੂੰ, ਬੈਠੇ ਨੇ ਉਹਨਾਂ ਲਈ ਤੁਸੀਂ ਦੋ ਸ਼ਬਦ ਨਹੀਂ ਬੋਲ ਸਕਦੇ। ਕੋਈ ਵੀ ਨਹੀਂ ਬੋਲਿਆ, ਸੁਖੀ ਇੱਕ ਨਹੀਂ, ਕੋਈ ਵੀ ਨਹੀਂ ਬੋਲਿਆ। ਮੈਂ ਜਗਮੀਤ ਸਿੰਘ ਉਹਨਾਂ ਦੀ ਗੱਲ ਕਰਕੇ ਹਟਿਆ, ਉਹ NDP ਦੇ ਲੀਡਰ ਨੇ, ਉਹ ਵੀ ਨਹੀਂ ਬੋਲੇ ਅੱਗੇ। ਉਹ ਸਾਰੇ ਕੰਮਾਂ ਤੇ ਬੋਲਦੇ ਨੇ, ਉਹਨਾਂ ਨੇ ਵੀ ਕੋਈ ਮੈਨੂੰ ਲੱਗਦਾ ਦਿੱਤਾ ਨਹੀਂ ਬਿਆਨ। ਨਹੀਂ ਸਾਨੂੰ ਮਾਣ ਆ ਵੀ ਜੀ ਸਾਡੇ ਇੰਨੇ ਇਲੈਕਟਡ MPs ਆ, MLAs ਆ, ਕਾਉਂਸਲਰਸ ਆ। USA ਚ ਸਾਡੀ ਇੰਨੀ ਤਾਕਤ ਨਹੀਂ ਹੈ, ਪਰ USA ਦੇ ਪੋਲੀਟੀਸ਼ੀਅਨਾਂ ਨੇ, ਮੈਂ ਉਹਨਾਂ ਦਾ ਮਾਣ ਕਰਦਾ, ਉਹਨਾਂ ਦਾ ਸਲੂਟ ਕਰਦਾ। ਉਹਨਾਂ ਨੇ ਫੋਰਨ ਰਿਲੇਸ਼ਨਸ ਸੈਨੇਟਰਸ ਨੇ, ਮੈਨੇਂਡਸ ਨੇ, ਉਹਨੇ ਚਿੱਠੀ ਲਿਖੀ ਡਾਇਰੈਕਟਲੀ ਇੰਡੀਅਨ ਐਮਬੈਸਡਰ ਨੂੰ। ਤੇ ਹੋਰ ਵੀ ਆਈ ਥਿੰਕ ਆਲਮੋਸਟ 15 ਕਾਂਗਰਸਮੈਨ ਐਂਡ ਸਟੇਟ ਸੈਨੇਟਰਸ ਨੇ। ਯਾਰ ਸਵਾਦ ਤਾਂ ਉਦੋਂ ਆਉਂਦਾ ਹੁਣ ਜੇ ਤੁਸੀਂ ਉੱਥੇ ਖੜੋ ਸਟੈਂਡ ਤੇ। ਹੁਣ ਭਾਵੇਂ ਸੁਖ ਧਾਲੀਵਾਲ, ਭਾਵੇਂ ਨਵਦੀਪ ਬੈਂਸ, ਅੱਗੇ ਤਾਂ ਗੱਲ ਸੀ ਕਿ ਸਾਡੇ ਕੋਲ ਕੋਈ ਮਿਨਿਸਟਰ ਨਹੀਂ ਸੀਗੇ, 4 ਤਾਂ ਆਪਣੇ ਮਿਨਿਸਟਰ ਆ, ਸਰਦਾਰ ਲੋਕ ਆ। ਤੁਹਾਡੇ ਆਈਡੈਂਟਿਟੀ ਤੇ ਅਟੈਕ ਹੋ ਰਿਹਾ, ਤੁਸੀਂ ਚੁੱਪ ਆ। ਇਹ ਕਿਵੇਂ? ਆਈ ਡੋਨਟ ਅੰਡਰਸਟੈਂਡ ਦਿਸ। ਤੁਹਾਨੂੰ ਸ਼ਰੇਆਮ ਸਾਨੂੰ ਕਹਿ ਰਹੇ ਇਹ ਟੈਰਰਿਸਟ। ਬਿਲਕੁਲ ਠੀਕ ਹੈ। ਤੇ ਉਹ ਢੇਸੀ ਦੇਖ ਲਓ ਆਪਣਾ, ਮੈਂ ਕੱਲਾ ਹੀ ਲੱਗਿਆ ਹੋਇਆ, ਉਹ ਉੱਥੇ ਲੱਗਿਆ ਰਿਹਾ, ਉਹਨੇ ਕਰਤਾ ਆਪਣਾ ਜਿਹੜਾ ਲਿਖਣਾ ਸੀ। ਜੀ ਦੇਖੋ ਗੱਲ ਦੱਸੋ, 2 ਮਹੀਨੇ ਹੋ ਗਏ ਮੈਨੂੰ, ਇੱਕ ਵੀ MLA ਦੱਸੋ, ਇੱਕ ਵੀ ਕਾਉਂਸਲਰ ਦੱਸੋ, ਇੱਕ ਵੀ MP ਦੱਸੋ ਜਿਹੜੇ ਖੁੱਲ ਕੇ, ਇੱਕ ਵੀ ਕਿੰਨੀਆਂ ਇੱਥੇ ਹੋ ਚੁੱਕੀਆਂ DC ਚ ਪ੍ਰੋਟੈਸਟਾਂ। ਆਈ ਥਿੰਕ ਸਾਰੇ DC ਚ 20 ਪ੍ਰੋਟੈਸਟ ਹੋ ਚੁੱਕੇ ਹੋਣਗੇ। ਇੱਕ ਵੀ MP ਬਿਲਕੁਲ ਯਾਰ ਬੰਦਾ ਕਾਰ ਚ ਨਹੀਂ ਬੈਠ ਸਕਦਾ, ਖੁੱਲ ਕੇ ਸਾਡੇ ਨਾਲ ਖੜ ਨਹੀਂ ਸਕਦਾ, ਫਿਰ ਅਸੀਂ ਸਿੱਖ ਹੈਰੀਟੇਜ ਮੰਥ ਕੀ ਕਰਨਾ?
ਫਿਰ ਅਸੀਂ ਕੀ ਕਰਨਾ? ਤੁਸੀਂ 84 ਦੀਆਂ ਗੱਲਾਂ ਕਰੀ ਜਾਵੋ ਐਵੇਂ ਬੇਪਤਾ, ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਹੁਣ ਪਤਾ ਲੱਗਦਾ ਵੀ ਜੇ ਕੋਈ ਵੀ ਪੋਲੀਟੀਸ਼ੀਅਨ ਹੁੰਦਾ, ਜਦੋਂ ਟੈਸਟ ਹੁੰਦਾ ਉਦੋਂ ਫਿਰ ਪਤਾ ਲੱਗਦਾ ਉਹਨਾਂ ਦੀ DNA 'ਚ ਕੀ, ਬਲੱਡ 'ਚ ਕੀ ਆ। ਕਨਵੀਨੀਅੰਟ ਪੋਲੀਟਿਕਸ ਤਾਂ ਖੇਲਣੀ ਬਹੁਤ ਸੌਖੀ। ਇਹ ਚਾਹੁੰਦੇ ਫੋਰਨ ਮਿਨਿਸਟਰ ਸਾਰੇ ਬੋਲ ਰਹੇ ਆ, ਉੱਥੇ ਕੋਈ ਔਖਾ ਨਹੀਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਹੁਣ ਪਰ ਕੱਲ ਨੂੰ ਜੇ ਅੱਜ ਇਹ ਹੋ ਰਿਹਾ, ਅੱਜ ਜੇ ਇੰਡੀਅਨ ਗਵਰਨਮੈਂਟ ਦੀ ਇੰਨੀ ਜਿੱਤ ਹੋ ਰਹੀ ਆ ਕੈਨੇਡਾ 'ਚ, ਇਹ ਬਹੁਤ ਗਲਤ ਪ੍ਰੈਸੀਡੈਂਟ ਹੋ ਰਿਹਾ। ਮੈਨੂੰ ਕੋਈ ਡਰ ਨਹੀਂ, ਮੈਨੂੰ ਕੱਲ ਨੂੰ ਵੀਜ਼ਾ ਨਾ ਮਿਲੇ, ਮੇਰੇ ਪਰਿਵਾਰ ਨੂੰ ਨਾ ਮਿਲੇ, I don't care because ਜਿਹੜੀ ਮੇਰੀ ਆਈਡੈਂਟੀਟੀ ਐਜ਼ ਅ ਪੰਜਾਬੀ comes first। ਮੈਂ ਕੀ ਲੈਣਾ ਉੱਥੇ ਜਾ ਕੇ ਜੇ ਮੈਂ ਨਾ ਕੋਈ ਖਾਲਿਸਤਾਨੀ ਹੈ? ਤੁਹਾਨੂੰ ਵੀ ਪਤਾ ਹਿਊਮਨ ਰਾਈਟਸ ਤੇ ਮੈਂ ਖੜਾ ਹਾਂ, ਪਰ ਮੈਂ ਖਾਲਿਸਤਾਨੀ ਨਹੀਂ ਹੈ। ਪਰ ਜਿਹੜੀ ਸਹੀ ਆ, ਸਹੀ ਆ। ਬਿਲਕੁਲ ਠੀਕ। ਹੁਣ ਤੁਸੀਂ ਦੱਸੋ ਇਹ ਗਲਤ ਆ? ਇਹ ਸਾਡਾ ਕੋਈ ਹੱਕ ਨਹੀਂ ਹੈਗਾ ਐਮਪੀਆਂ ਤੋਂ ਜਾਂ MLA ਨੂੰ। ਇੱਕ ਨਾ ਇਹ ਪ੍ਰੋਵਿੰਸ਼ੀਅਲ ਇਸ਼ੂ ਆ, ਨਾ ਇਹ ਫੈਡਰਲ ਇਸ਼ੂ ਆ, ਇਹ ਸਾਡੀ ਆਈਡੈਂਟਿਟੀ ਦਾ ਇਸ਼ੂ ਆ। ਤੁਸੀਂ ਦੱਸੋ ਵੀ ਇਹ ਗਲਤ ਆ? ਕੋਈ ਦੂਸਰੀ ਗੱਲ। ਬਿਲਕੁਲ ਠੀਕ ਹੈ। ਇਹ ਤੋਂ ਵੱਡਾ ਅਟੈਕ ਕੀ ਹੋ ਸਕਦਾ ਸਾਡੇ ਪਿਛਲੇ 30 ਸਾਲਾਂ 'ਚ, ਜੇ ਸਾਨੂੰ ਸਾਡੇ ਗਲੋਬਲੀ ਕੋਈ ਵੀ ਦਸਤਾਰ ਵਾਲੇ ਲੋਕ ਜਾਂ ਪੰਜਾਬੀ ਜਾਂ ਸਿੱਖ ਸਾਨੂੰ ਲੇਬਲ ਹੀ ਕਰਤਾ ਵੀ ਇਹ ਟੈਰਰਿਸਟ ਆ। ਦਿਸ ਇਜ਼ ਵੈਰੀ ਡੇਂਜਰਸ। ਮੈਂ ਵੀ ਓਪਨਲੀ ਬੇਨਤੀ ਕਰਦਾ, ਜਿਹੜੇ ਸਾਡੇ ਮਿਨਿਸਟਰਸ ਆ ਪ੍ਰੋਵਿੰਸ਼ੀਅਲੀ ਵੀ, ਮੇਰਾ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋਵੇ, ਰਵੀ ਕਾਲੋ, ਹੈਰੀ ਬੈਂਸ, ਲੋਕਾਂ ਨੂੰ ਪਤਾ ਵੀ ਹੈ ਮੇਰੀ ਰਵੀ ਕਾਲੋ ਨਾਲ ਕਿੰਨੀ ਕੁ ਫਰੈਂਡਸ਼ਿਪ ਆ, ਉਹ ਵੀ ਮੈਂ ਰਿਸਕ ਕਰਨ ਨੂੰ ਤਿਆਰ ਆ। ਬਿਲਕੁਲ ਠੀਕ। ਉਹਦੇ ਵਾਸਤੇ ਕੌਮ ਪਹਿਲਾਂ ਵਾ ਰਵੀ ਕਾਲੋ, ਹੈਰੀ ਬੈਂਸ ਕੌਮ ਪਹਿਲਾਂ ਵਾ। ਤੁਸੀਂ ਲਿਖੋ ਚਿੱਠੀ, ਕੌਮ ਤੁਹਾਡੇ ਨਾਲ ਖੜੂਗੀ। ਡਬਲ ਗੇਮ ਨਾ ਖੇਲੋ, ਇਹ ਫੈਡਰਲ ਇਸ਼ੂ ਆ। ਇਹ ਕੋਈ ਫੈਡਰਲ ਇਸ਼ੂ ਨਹੀਂ ਹੁੰਦਾ। ਮੈਂ ਸੁਖ ਧਾਲੀਵਾਲ ਨੂੰ ਵੀ ਕਹਿਣ ਨੂੰ ਤਿਆਰ ਆ, ਰਣਜੀਤ ਸਰਾਏ ਨੂੰ ਵੀ, ਹਰਜੀਤ ਸੱਜਣ ਨੂੰ ਵੀ। ਤੁਸੀਂ ਦਸਤਾਰ ਬੰਨ੍ਹਦੇ ਆ, ਦਸਤਾਰ ਦੀ ਕੋਈ ਪ੍ਰਾਈਡ ਵੀ ਹੋਣੀ ਚਾਹੀਦੀ ਆ। ਅੱਜ ਸਾਡੇ ਕੌਮ ਤੇ ਹੋ ਰਿਹਾ, ਇੰਨਾ ਵੱਡਾ ਅਟੈਕ ਹੋ ਰਿਹਾ ਤੇ ਤੁਸੀਂ ਚੁੱਪ ਆ। ਦਿਸ ਇਜ਼ ਇਨਐਕਸਕਿਊਜ਼ੇਬਲ, ਦਿਸ ਇਜ਼ ਅਨਐਕਸੈਪਟੇਬਲ। ਬਿਲਕੁਲ ਠੀਕ ਹੈ ਗੱਲ ਸੁਖੀ, ਬਿਲਕੁਲ ਠੀਕ। ਇਹ ਕੋਈ ਲਿਬਰਲ ਗੱਲ ਨਹੀਂ, ਇਹ ਕੋਈ NDP ਗੱਲ ਨਹੀਂ, ਇਹ ਕੋਈ ਕੰਸਰਵੇਟਿਵ ਗੱਲ ਨਹੀਂ ਹੈ। ਇਹ ਸਾਡੀ ਕੌਮ। ਥੈਂਕ ਯੂ ਸੁਖੀ, ਧੰਨਵਾਦ। ਥੈਂਕ ਯੂ। ਜੇ ਕੋਈ ਗਲਤ ਗੱਲ ਕਹੀ ਹੋਵੇ ਮੈਂ ਸੌਰੀ ਆ, ਮਾਫ ਕਰਨਾ। ਥੈਂਕ ਯੂ। No, you very well said. Okay, thank you. Thank you. ਥੋੜੀ ਜਿਹੀ ਕਲੀਅਰਿਟੀ ਤੁਹਾਡੇ ਚਾਹੀਦੀ ਹੈ। ਇਹ ਬਿਲਕੁਲ ਠੀਕ ਹੈ। ਉਹ ਰਵੀ ਕਾਲੋਂ ਬਹੁਤ ਨੇੜੇ ਦੇ ਦੋਸਤ ਨੇ ਸੁਖੀ ਦੇ, ਉਹਨਾਂ ਨੂੰ ਵੀ ਉਹਨੇ ਕਿਹਾ, ਇਹ ਨਹੀਂ ਹੈ ਵੀ ਕਿਸੇ ਨੂੰ ਨਹੀਂ। ਉਹ ਕਹਿੰਦੇ ਨੋ, ਕੋਈ ਫੈਡਰਲ ਨਹੀਂ ਕੋਈ ਹੈ। ਤੁਸੀਂ ਕਹੋ ਤਾਂ ਸਹੀ, ਆਪਣੇ ਤੌਰ ਤੇ ਕਹੋ ਵੀ ਯਾਰ ਆਹ ਕੀ ਹੋ ਰਿਹਾ ਸਾਨੂੰ, ਇਹਨਾਂ ਬੈਠਿਆਂ ਨੂੰ ਤੁਸੀਂ ਕਦੇ ਅੱਤਵਾਦੀ, ਕਦੇ ਵੱਖਵਾਦੀ, ਕਦੇ ਚੀਨ ਭੇਜਦਾ, ਕਦੇ ਪਾਕਿਸਤਾਨੀ ਭੇਜਦੇ ਨੇ। ਇਹ ਜੀ ਪਿੰਨੀਆਂ ਖਾਂਦੇ ਨੇ, ਬਦਾਮ ਖਾਂਦੇ ਨੇ। ਤੁਹਾਨੂੰ ਕਾਹਦੀ ਤੰਗੀ ਹੈ? ਤੁਸੀਂ ਦਵਾਨੀ ਦਿੱਤੀ, ਗਲੀ ਵਾਲਾ ਪੈਸਾ ਨਹੀਂ ਤੁਸੀਂ ਦਿੱਤਾ। ਤੁਹਾਨੂੰ ਜੇ ਕੋਈ ਕਹੇ ਵੀ ਰਾਤ ਨੂੰ ਤੁਸੀਂ ਫੁੱਟ ਦੀ ਇੱਕ ਖੁੱਚ ਜਿੱਡੀ ਬੋਤਲ ਪੀਂਦੇ ਤਾਂ ਤੁਸੀਂ ਕਹਿਣਾ ਵੀ ਤੇਰੇ ਮੈਂ ਘਰੋਂ ਪੀਂਦੇ, ਤੇ ਤੁਹਾਨੂੰ ਉਹਨਾਂ ਦੇ ਬਦਾਮ ਕਿਉਂ ਤੰਗ ਕਰਦੇ ਆ? ਵੀ ਤੁਸੀਂ ਆਪਣਾ ਆਨੰਦ ਕਰਦੇ ਹੋ। ਉਸ ਤਰ੍ਹਾਂ ਉਹਨਾਂ ਨੂੰ ਕੌਣ ਭੇਜਦਾ? ਕਿਸੇ ਦੇ ਕੋਈ ਭੇਜੇ ਬਣਾ ਕੇ, ਜਾਂ ਤੁਹਾਡਾ ਉਹਦੇ ਨਾਲ ਕੋਈ ਮਤਲਬ ਇਹ ਹੈ ਜੇ ਤੁਸੀਂ ਵਿਰੋਧ ਚੋਂ, ਤੁਹਾਨੂੰ ਕੀ ਤੰਗੀ ਲੱਗਦੀ? ਉਹਨਾਂ ਦੇ ਪੀਜ਼ੇ ਖਾਂਦੇ ਨੇ ਜੀ, ਉਹੋ ਜੀ ਮਿੱਟੀ ਰੋਟੀਆਂ ਖਾਂਦੇ ਨੇ ਜੀ, ਦਾਲਾਂ ਸਬਜ਼ੀਆਂ ਖਾਈ ਜਾਣ। ਉਹ ਤੁਹਾਨੂੰ ਤੁਹਾਡਾ ਢਿੱਡ ਦੁਖਦਾ? ਤੁਸੀਂ ਲੇੜ ਕੇ ਪੀਂਦੇ ਹੋ ਰਾਤ ਨੂੰ। ਤੁਹਾਨੂੰ ਜੇ ਕੋਈ ਕਹੇ ਵੀ ਤੁਸੀਂ ਆਹ ਪੀ ਕੇ ਗੱਜ ਲੰਬਨ ਦਿੰਦੇ ਹੋ ਭਾਸ਼ਣ, ਤਾਂ ਤੁਸੀਂ ਕਹਿੰਦੇ ਤੂੰ ਮੈਨੂੰ ਦੇ ਕੇ ਗਿਆ ਸੀ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ, ਪਰ ਲੋਕਾਂ ਨੂੰ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਜਦ ਤੁਹਾਨੂੰ ਜ਼ਰੂਰਤ ਹੈ, ਜਦ ਕੋਈ ਨਾਲ ਨਾ ਖੜਦਾ ਤੁਹਾਡਾ, ਜਿਸ ਦਿਨ ਤੁਹਾਡੇ ਦਰ ਤੇ ਆਉਂਦੇ ਨੇ ਉਸ ਦਿਨ ਤੁਸੀਂ ਵੀ ਯਾਦ ਰੱਖਣਾ। ਇਹ ਗੱਲ ਬਹੁਤ ਜ਼ਰੂਰੀ ਹੈ। ਸਾਂਝੇ ਕੰਮ ਲਈ ਜਦ ਕੋਈ ਸਾਂਝੀ ਗੱਲ ਚੱਲਦੀ ਹੈ, ਜਾਂ ਉੱਥੇ ਵੀ ਇਹ ਲੋਕ ਤੁਹਾਡੇ ਥਰੂ ਨਹੀਂ ਹੋਣ ਦਿੰਦੇ, ਤਾਂ ਫਿਰ ਤੁਹਾਨੂੰ ਯਾਦ ਰਹਿਣੀ ਚਾਹੀਦੀ ਹੈ ਵੀ ਇਹ ਆਹ ਮੁਸ਼ਕਲ ਦੇ ਵਿੱਚ ਦੀ ਸਾਨੂੰ ਕੱਢਿਆ ਸੀ, ਹੁਣ ਸਾਡੀ ਵਾਰੀ ਆ, ਅਸੀਂ ਵੋਟ ਪਾਵਾਂਗੇ, ਅਸੀਂ ਦੱਸਾਂਗੇ ਤੈਨੂੰ। ਜਾਂ ਵੋਟ ਦੀ ਦੂਰੀ ਕੀ, ਜਿੱਥੇ ਪਬਲਿਕ ਤੇ ਹੁੰਦੇ ਹੋ ਪਲੇਸ ਤੇ, ਕਿਤੇ ਫੋਟੋਆਂ ਖਿਚਾਉਣ ਤੋਂ ਤੇ ਆ ਜਾਵੇ ਵਿਆਹ ਤੇ ਸਾਡੇ ਮਰਗ ਤੇ ਆ ਜਾ, ਉੱਥੇ ਪੁੱਛਿਆ ਕਰੋ। ਤੇ ਤੁਸੀਂ ਇਹਨਾਂ ਨੂੰ
ਆਮ ਫੇਸਬੁੱਕ ਤੇ ਉਹ ਜੀ ਇਹਦਾ ਵੀ ਕਰੋ ਬਾਈਕਾਟ, ਉਹਦਾ ਵੀ ਬਾਈਕਾਟ ਕਰੋ। ਜਿਹੜੇ ਤੁਹਾਡੇ ਜਿੱਥੇ ਤੁਹਾਡਾ ਜ਼ੋਰ ਹੈ, ਜਿੱਥੇ ਤੁਹਾਨੂੰ ਕੁਝ ਨਹੀਂ ਹੋ ਸਕਦਾ, ਉੱਥੇ ਤੁਸੀਂ ਵੀ ਬਾਈਕਾਟ ਕਰਿਆ ਕਰੋ। ਇਹ ਜ਼ਰੂਰੀ ਹੈ। ਵਪਾਰਕ ਸੰਦੇਸ਼ ਆ ਕੇ ਗੱਲਾਂ ਬਾਤਾਂ ਕਰਦੇ ਆ ਸ਼ੁਰੂ ਮੰਗਲਵਾਰ ਦੀ ਸੈਗਮੈਂਟ ਧੀਆਂ ਰਾਣੀਆਂ ਦੀ। ਅੱਜ ਆਪਾਂ ਸਮ ਅਪ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਜਿਹੜਾ ਰੋਸਾ ਹੈ ਉਹ ਰੋਸਾ ਸੱਚਾ ਹੈ, ਉਹਦੇ ਵਿੱਚ ਗਲਤ ਕੁਝ ਨਹੀਂ, ਤੇ ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ ਤੁਹਾਨੂੰ। ਹੁਣੇ ਸਮਾਂ, ਹੁਣੇ ਹੀ ਆ, ਜਿਹੜਾ ਕੱਲ ਨੂੰ ਜਦ ਨਿਬੜ ਗਈ ਗੱਲ 5, 10, 20 ਦਿਨਾਂ ਦੇ ਵਿੱਚ, ਹੁਣੇ ਸਮਾਂ ਜਿਹਦੇ ਵਿੱਚ ਤੁਸੀਂ ਸਹੀ ਤਰੀਕੇ ਨਾਲ ਖੜਨਾ। ਇਹ ਅਸੀਂ ਬਈ ਇੱਥੇ ਖੜੇ ਆ, ਡਰ ਤਾਂ ਕੋਈ ਹੈ ਨਹੀਂ, ਤਾਂ ਬੋਲਣ ਦੀ ਤਾਂ ਕੋਈ ਮਨਾਹੀ ਨਹੀਂ ਕਿਸੇ ਨੂੰ। ਜਾਂ ਪ੍ਰਧਾਨ ਮੰਤਰੀ ਦੇਸ਼ ਦਾ ਬੋਲ ਸਕਦਾ ਤੇ ਦੂਜੇ ਵੀ ਬੋਲ ਸਕਦੇ। ਪਿਛਲੇ 3 ਸੈਗਮੈਂਟਸ ਦੇ ਵਿੱਚ ਧੀਆਂ ਦੇ ਬਾਰੇ ਆਪਾਂ ਸਮਾਜ ਦੀ ਜਗ੍ਹਾ, ਉਹਨਾਂ ਦੇ ਪਾਲਣ ਪੋਸ਼ਣ, ਉਹਨਾਂ ਦਾ ਕਿਸੇ ਪਰਿਵਾਰ 'ਚ ਆਉਣਾ, 1 ਦਾ 2 ਦਾ ਜਾਂ 3 ਦਾ, ਉਹਦੇ ਤੇ ਪਰਿਵਾਰ ਦਾ ਤੇ ਸਮਾਜ ਦਾ ਗੱਲਬਾਤ ਕਰਨਾ, ਉਹਦੇ ਤੇ ਆਪਾਂ ਗੱਲਬਾਤ ਕੀਤੀ ਸੀ। ਫਿਰ ਉਹਨਾਂ ਦਾ ਬੌਧਿਕ ਪੱਧਰ, ਪੜ੍ਹਾਈ ਲਿਖਾਈ, ਇੱਥੇ ਕੋਈ ਫਰਕ ਨਹੀਂ ਹੈ, ਖੈਰ ਸ਼ੁਕਰ ਹੈ। ਤੇ ਉਸ ਤੋਂ ਬਾਅਦ ਖੁਰਾਕ ਵੀ ਧੀਆਂ ਧਿਆਣੀਆਂ ਆਪੇ ਚੱਕ ਕੇ ਚੀਜ਼ ਖਾਂਦੀਆਂ ਨੇ, ਪੀਂਦੀਆਂ ਨੇ। ਕਿਤੇ ਪੈਸੇ ਧੇਲੇ ਦਾ ਤੇ ਬਾਹਰ ਪੈਸੇ ਖਰਚਣ ਦਾ, ਕੋਈ ਚੀਜ਼ ਵਸਤ ਲੈਣ ਦੀ, ਉੱਥੇ ਕਈ ਵਾਰ ਆਪਾਂ ਫਰਕ ਕਰ ਜਾਂਦੇ ਹਾਂ। ਪੁੱਤ ਤੇ ਧੀ ਦਾ ਇੱਕ ਗੱਲਬਾਤ ਹੋ ਜਾਂਦੀ ਹੈ, ਜਾਂ ਮਾਪਿਆਂ ਵੱਲੋਂ, ਪਿਓ ਵੱਲੋਂ ਥੱਕੇ ਆ ਕੇ ਪੁੱਤ ਵੱਲੇ ਕਹਿਣਾ ਤੇਰੇ ਲਈ ਉਹ ਕਰਦੇ ਆ, ਕੋਲ ਬੇਟੀ ਬੱਚੀ ਬੈਠੀ ਹੁੰਦੀ ਹੈ ਤਾਂ ਉਹ ਮਹਿਸੂਸ ਕਰਦੀ ਹੈ। ਪਰ ਇੱਥੇ ਇੱਕ ਗੱਲ ਬਹੁਤ ਜ਼ਰੂਰੀ ਹੈ, ਇੱਥੇ ਬਹੁਤ ਵੱਡੀ ਹੈ, ਜਿਹੜੀ ਉੱਥੇ ਆਪਣੇ 'ਚ ਹੈ ਨਹੀਂ ਸੀ, ਵੀ ਭਾਈ ਦਾ ਭੈਣ ਦੇ ਲਈ ਪਿਆਰ ਆ ਜਿਹੜਾ ਇੱਥੇ, ਉਹ ਦੋਨਾਂ ਦਾ ਆਪਸ ਵਿੱਚ ਉਹ ਬਹੁਤ ਜ਼ਿਆਦਾ ਅਲਾਈਨ ਨੇ। ਉਹ ਬਹੁਤ ਉਹਨਾਂ ਦੇ ਦੁੱਖ ਸੁੱਖ ਸਾਂਝੇ ਨੇ, ਬਹੁਤ ਉਹਨਾਂ ਦੇ ਡੂੰਘੇ ਭੇਦ ਨੇ ਜਿਹੜੇ ਮਾਪਿਆਂ ਨੂੰ ਨਹੀਂ ਦੱਸਦੇ। ਤੇ ਇੱਕ ਦੂਜੇ ਦੇ ਖੜਦੇ ਵੀ ਨੇ। ਉਹ ਜਦ ਕੋਈ ਗੱਲ ਹੋ ਗਈ, ਇੱਕ ਦੂਜੇ ਨੂੰ ਉਹ ਉਸੇ ਸਮੇਂ, ਚਾਹੇ ਕੁੜੀ ਛੋਟੀ ਹੋਵੇ ਕੁੜੀ ਵੱਡੀ ਹੋਵੇ, ਉਹ ਬਹੁਤ ਖਿਆਲ ਰੱਖਦੇ ਨੇ। ਉਹਨਾਂ ਇਹ ਨਹੀਂ ਹੋ ਸਕਦਾ, ਇਹ ਨਹੀਂ ਠੀਕ ਹੈ। ਤੇ ਪੁੱਤ ਬਹੁਤ ਕੰਮ ਨੇ ਉਹ ਭੈਣਾਂ ਦੇ ਰਾਹੀਂ ਮਾਪਿਆਂ ਤੋਂ ਕਰਾ ਲੈਂਦੇ ਨੇ, ਡੈਡੀ ਨੂੰ ਆਹ ਕਹਿ ਦੇ, ਮੰਮੀ ਨੂੰ ਆਹ ਕਹਿ ਦੇ। ਤੇ ਇੱਥੇ ਇਹ ਚੀਜ਼ਾਂ ਦੀ ਜਿਹੜੇ ਅਸੀਂ ਸਮਾਜ ਦੇ ਵਿੱਚ ਇੱਥੇ ਵਿਚਰਦੇ, ਇੱਥੇ ਫਰਕ ਨਹੀਂ ਹੈ, ਬਹੁਤ ਘੱਟ। ਪਰ ਅਸੀਂ ਆਪਣੇ ਘਰਾਂ ਦੇ ਵਿੱਚ ਫਰਕ ਕਰਦੇ। ਜੇ ਹੁਣ ਧੀਆਂ ਦਾ ਸਪੋਰਟਸ ਦਾ ਲੈਵਲ ਹੋਵੇ, ਉਹਨਾਂ ਦਾ ਹਾਕੀ ਖੇਡਣਾ, ਉਹਨਾਂ ਦਾ ਸੈਲਫ ਡਿਫੈਂਸ ਲਈ ਮਿਕਸ ਮਾਰਸ਼ਲ ਆਰਟ, ਭਲਵਾਨੀ, ਉਹਦੇ ਬਾਅਦ ਵੇਟ ਟ੍ਰੇਨਿੰਗ। ਜਦ ਮੱਖਣ ਸਿੰਘ ਸੰਧੂ ਭਾਜੀ ਉਹਨਾਂ ਦੀਆਂ ਜਿਹੜੀਆਂ ਸਾਡੇ ਬੱਚੀਆਂ ਨੇ, ਉਹ ਜਦ ਆ ਕੇ ਮਤਲਬ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਉਹ ਆ ਕੇ ਜਦ ਵਜ਼ਨ ਚੱਕਦੀਆਂ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਜਾਂ ਕਿਤੇ ਬਾਹਰ, ਬੰਦੇ ਮਰਦ ਖੜੇ ਹੀ ਹੁੰਦੇ ਨੇ, ਉਹਦਾ ਕੁਝ % ਵੀ ਨਹੀਂ ਚੱਕ ਸਕਦੇ ਉਹਨਾਂ ਦਾ। ਹਰਜੀਤ ਭਲਵਾਨ ਦੀਆਂ ਬੇਟੀਆਂ ਨੇ ਤੇ ਸੰਘੇੜਾ ਜਿਹੜੀਆਂ ਕੁੜੀਆਂ ਨੇ, ਤੇ ਮਾਣ ਹੁੰਦਾ ਉਸ ਗੱਲ ਦਾ। ਪਹਿਲਾਂ ਬਹੁਤ ਘੱਟ ਜਿਹੜਾ ਹੁੰਦੇ ਸੀ, ਅਲੀ ਦੀ ਸਿਸਟਰ ਚੱਕਦੀ ਹੁੰਦੀ ਸੀ ਵੇਟ, ਜਿਹੜਾ ਆਪਣਾ ਕਬੱਡੀ ਖੇਡਦਾ ਸੀ ਮੁੰਡਾ। ਤੇ ਹੁਣ ਤਾਂ ਇਹ ਜਦ ਰਾਣੀਆਂ ਆਉਂਦੀਆਂ ਨੇ ਤੇ ਚੱਕ ਕੇ ਜਦੋਂ ਕਲੀਨ ਜਰਕਾਂ ਸਿੱਟਦੀਆਂ ਨੇ, ਜਾ ਕੇ 7.25 ਪਾਉਂਡ ਬੰਦਾ ਬਾਹਰ ਖੜਾ ਕਹਿੰਦਾ ਵੀ ਆਦਾ ਹੈਰਾਨੀ ਹੋ। ਤੇ ਕਿਹੜੀ ਗੱਲੋਂ ਅਸੀਂ ਨਿਭਦੇ ਆ ਵੀ ਸਾਡੇ ਧੀਆਂ ਨੇ, ਕਿਹੜੀ ਗੱਲੋਂ? ਹੁਣ ਇੱਕ ਬੰਦਾ 20 ਪਾਉਂਡ ਨਹੀਂ ਚੱਕ ਸਕਦਾ, ਇੱਕ 125 ਚੱਕ ਕੇ ਧਰਤੀ ਤੋਂ ਸਿਰੇ ਮਾਰ ਦਿਓ ਤੇ ਉਹਦੇ ਮੂਹਰੇ ਖੜ ਜੂ। ਉਹ ਬਾਂਹ ਲੈਣੀ ਘੁਮਾ ਅਗਲੀ ਨੇ। ਤੇ ਮੇਰੇ ਕਹਿਣ ਦਾ ਮਤਲਬ ਥੋੜਾ ਜਿਹਾ ਨਾ ਇਹਨਾਂ ਨੂੰ ਅਸੀਂ ਜਿੱਥੇ ਲਲਕਰਾ ਮਾਰ ਕੇ ਪੁੱਤ ਨੂੰ ਗਏ ਆ ਐ ਕਰ ਲਈਦਾ, ਦੇਖ ਤੂੰ ਆਹ ਚਾਕਾ ਕਾਰ ਮੇਰੇ ਵਾਲੀ ਚਲਾਇਆ ਕਰ, ਚੱਲ ਟਾਰਗੇਟ ਸ਼ੂਟਿੰਗ ਤੇ ਤੈਨੂੰ ਲੈ ਕੇ ਜਾਵਾਂ, ਤੈਨੂੰ ਸਿਖਾਈਏ, ਆਹ ਚੀਜ਼ਾਂ ਆਪਣੀਆਂ ਵਿਰਾਸਤੀ ਨੇ ਪੁੱਤ, ਇਹ ਆਪਾਂ ਲੈ ਕੇ ਜਾਣੀ ਹੈ। ਮੈਂ ਤੇ ਰਹਿ ਗਏ ਕਰਦਾ ਰਿਹਾ, ਤੇਰੇ ਬਾਬਾ ਜੀ, ਤੇਰੇ ਪੜਦਾਦਾ ਜੀ ਆਹ ਕੋ ਕਰਦੇ। ਧੀਆਂ ਨੂੰ ਵੀ ਥੋੜਾ ਜਿਹਾ, ਥੋੜਾ ਕਿਉਂ ਬਰਾਬਰ, ਥੋੜਾ ਕਿਉਂ ਮੇਰੇ ਮੂੰਹ ਚੋਂ ਨਿਕਲਿਆ ਬਰਾਬਰ ਦੀ ਗੱਲ। ਜੇ 2 ਉਹਨਾਂ ਨੂੰ ਕਾਰਾਂ ਨਹੀਂ ਤੁਸੀਂ ਲੈ ਕੇ ਦਿੰਦੇ ਵੀ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ, ਤਾਂ ਇੱਕ ਜਿਹੜੀ ਉਹ ਸ਼ੇਅਰ ਕਰਨ, ਇੱਕ ਲੈਵਲ ਦੀ ਹੋਵੇ। ਇਹ ਨਾ ਹੋਵੇ ਪੁੱਤ ਨੂੰ
मैं ਲੱਖ ਦੀ ਲੈ ਕੇ ਦੇਣੀ ਹੈ ਤੇ ਧੀ ਨੂੰ 10,000 ਦੀ ਲੈ ਕੇ ਦੇਣੀ ਹੈ। ਇਹ ਨਹੀਂ ਗੱਲ ਹੋਣੀ ਚਾਹੀਦੀ। ਤੇ ਇਦੋਂ ਅੱਗੇ ਇੱਥੇ ਦੀ ਜਿਹੜੀ ਜਾਇਦਾਦ ਆ ਇਹਦੇ ਤੇ ਵੀ ਬਹੁਤ ਵੱਡਾ ਗੱਲਾਂ ਬਾਤਾਂ ਚੱਲਦੀਆਂ ਨੇ। ਬਹੁਤ ਵੱਡਿਆਂ ਘਰਾਂ ਨੂੰ ਮੈਂ ਵੇਖਿਆ ਜਿਨ੍ਹਾਂ ਦੇ ਧੀਆਂ ਦੇ ਵਿਆਹ ਹੋਏ ਨੇ, ਕਈ ਤਾਂ ਲਿਆ ਦਿੰਦੇ ਨੇ ਸਵਾਦ, ਉਹ ਕਹਿੰਦੇ ਨਾ ਨਾ ਇਹ ਨਹੀਂ ਗੱਲ, ਆ ਚੱਕ ਆ ਚੱਕ ਆ ਚੱਕ। ਤੇ ਕਈ ਉਹ ਕਹਿੰਦੇ ਨਾ ਇਹਨਾਂ ਫਿਰ ਗਾਹਾਂ ਜਾ ਕੇ ਇਹਨਾਂ ਨੂੰ ਮਿਲ ਜਾਣਾ, ਤਾਂ ਮਨ ਸਮਝਾਊਗਾ ਗਾਹਾਂ ਕੀ ਮਿਲ ਜਾਣਾ ਜਾ ਕੇ। ਗਾਹ ਸਾਡੀਆਂ ਮਾਵਾਂ ਨੂੰ ਇੱਥੇ ਕੀ ਮਿਲ ਗਿਆ, ਸਾਡੀਆਂ ਭੈਣਾਂ ਨੂੰ ਗਾਹ ਜਾ ਕੇ ਕੀ ਮਿਲ ਗਿਆ। ਮਿਲਣ ਮੁਲਣ ਵਾਲੀ ਨਹੀਂ ਗੱਲ। ਇੱਕ ਚੀਜ਼ ਆ ਅਗਲੀ ਦੇ 9 ਬੱਚੇ ਦੇ, ਇੱਕ ਚੀਜ਼ ਆ ਜਿਹੜੀ ਕਿਸੇ ਵੱਲ ਝਾਕਣਾ। ਮੈਂ ਮਸਲਨ ਤੁਹਾਡੇ ਕੋਲ ਕੁਛ ਐਸੈਟਸ ਨੇ $1 ਮਿਲੀਅਨ ਦੇ, ਤੁਹਾਡੇ 2 ਬੱਚੇ ਨੇ, ਜੇ $5 ਲੱਖ ਤੁਹਾਡਾ ਧੀ ਦੇ ਕੋਲ ਵੀ ਹੈ ਤੇ ਕੱਲ ਨੂੰ ਤੁਸੀਂ ਅੱਖਾਂ ਮੀਚਦੇ ਕੋਈ ਫਿਕਰ ਥੋੜਾ ਤੁਹਾਨੂੰ ਕੋਈ ਮੇਰੇ ਕੋਲ ਮੈਂ ਆਪਣੀ ਬੱਚੀ ਨੂੰ ਦਿੱਤੇ ਹੋਏ ਨੇ, ਕੱਲ ਉਹਨੂੰ ਜ਼ਰੂਰਤ ਹੈ। ਹਾਂ ਉਹਨਾਂ ਨੂੰ ਸਿਖਾਓ ਵੀ, ਉਹਨਾਂ ਨੂੰ ਪਤਾ ਵੀ ਹੋਵੇ ਤੇ $5 ਲੱਖ ਜਿਹੜਾ ਇਹਦੇ ਨਾਲ ਆਹ ਚੀਜ਼ਾਂ ਮਿਲਦੀਆਂ ਨੇ। ਉਹਨਾਂ ਨੂੰ ਆਪੇ ਹੀ ਬਹੁਤ, ਉਹਨਾਂ ਨੂੰ ਕੁਦਰਤ ਨਹੀਂ ਇਹ ਬਹੁਤ ਦਿੱਤਾ ਹੋਇਆ, ਉਹ ਤਾਂ ਬਹੁਤ ਜ਼ਿਆਦਾ ਸੋਚਦੀ ਹੈ। ਡਾਲਰ ਨੂੰ ਖਰਚਣ ਤੋਂ ਪਹਿਲਾਂ 10 ਵਾਰ ਸੋਚਦੀ ਹੈ। ਉਹ 15 ਸਾਲ ਦੀ ਉਮਰ ਦੇ ਵਿੱਚ ਤਿਆਰ ਹੋ ਜਾਂਦੀ ਹੈ ਵੀ ਗਰੋਸਰੀ ਦਾ ਇੰਨੇ ਸਮਾਨ ਦੇ ਵਿੱਚ ਇੰਨੀ ਚੀਜ਼ ਮਿਲ ਰਹੀ ਹੈ, ਫਲਾਣੇ ਜਗ੍ਹਾ ਇੰਨੀ ਚੀਜ਼ ਮਿਲ ਰਹੀ ਹੈ, ਕਿਹੜੀ ਲਵਾਂ। ਇਹ ਤਾਂ ਤੁਹਾਡੇ ਜਿਹਨੂੰ ਇਹ ਤਾਂ ਬਲੈਸਿੰਗਸ ਨੇ, ਜਿਹਦੇ ਘਰ ਦੇ ਵਿੱਚ ਹੈ ਉਹਨੂੰ ਪੁੱਛ ਕੇ ਵੇਖੋ ਧੀ ਹੈ ਕੀ, ਉਹ ਕਿੰਨਾ ਪਿਆਰ ਕਰਦੀ ਹੈ। ਪੁੱਤ ਤਾਂ ਕਰਦੇ ਹੀ ਕਰਦੇ ਨੇ, ਮੈਂ ਇਹ ਨਹੀਂ ਕਹਿਣਾ ਹੁਣ ਉਧਰ ਨੂੰ, ਕਿਉਂਕਿ ਆਪਾਂ ਵਿਸ਼ਾ ਹੀ ਧੀਆਂ ਦਾ ਲਿਆ ਹੋਇਆ, ਉਹਨਾਂ ਪੁੱਤ ਸੋਚਣ ਵੀ ਅਸੀਂ ਨਹੀਂ ਕਿਤੇ ਕਰਦੇ, ਅਸੀਂ ਵੀ ਕਰਦੇ। ਉਹ ਪੁੱਤਾਂ ਦਾ ਵੀ ਸੈਗਮੈਂਟ ਮੈਂ ਸ਼ੁਰੂ ਕਰਨਾ, ਇਹ ਵੀ ਮੈਂ ਕਰਨਾ ਵੀ ਵਿਗੜੈਲ ਫਿਰ ਕਿੱਥੋਂ ਹੁੰਦੇ ਨੇ, ਕਿਉਂਕਿ ਬਹੁਤ ਵੱਡਾ ਇਸ਼ੂ ਦੇ ਥਰੂ ਕਮਿਊਨਿਟੀ ਜਾ ਰਹੀ ਹੈ। ਜਿਹੜਾ ਸਾਡਾ ਖੈਰ ਇੰਨੀ ਪਰਸੈਂਟੇਜ ਨਹੀਂ ਹੈ ਜਿੰਨਾ ਰੌਲਾ ਪਾਇਆ ਗੈਂਗਵਾਰ ਜੇ ਤੇ ਉਹ ਜਿਹੜਾ ਥੋੜਾ ਬਹੁਤਾ ਵੀ ਹੈ ਇਹ ਵੀ ਬੰਦ ਹੋ। ਸੋ ਇਹ ਧੀਆਂ ਦਾ ਜਦ ਇਹਨਾਂ ਨੂੰ ਤੁਸੀਂ ਫਿਜ਼ੀਕਲੀ ਤਕੜੇ ਹੁੰਦੇ ਦਿੰਦੇ ਆ, ਉਹ ਬਹੁਤ ਮਾਣ ਹੁੰਦਾ। ਰੈਸਲਿੰਗ ਕਰਦੀਆਂ, ਵੇਟ ਟ੍ਰੇਨਿੰਗ ਕਰਦੀਆਂ, ਜਿਹੜਾ ਸੈਲਫ ਡਿਫੈਂਸ ਕਰਦੀਆਂ, ਟਾਰਗੇਟ ਸ਼ੂਟਿੰਗ ਜੇ ਕਰ ਸਕਦੀਆਂ ਨੇ ਤਾਂ ਉਹ ਬੱਚੇ ਦੇ ਉਹਨਾਂ ਸ਼ੌਕ ਆ, ਲੈ ਕੇ ਜਾਓ, ਉਹਨਾਂ ਨੂੰ ਸਿਖਾਓ। ਕਿਉਂ ਨਾ ਸਿੱਖਣ ਉਹ, ਜੇ ਤੁਸੀਂ ਘਰ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਸ਼ੌਕ ਹੈ ਤਾਂ ਬੱਚੀਆਂ ਨੂੰ ਕਿਉਂ ਨਾ ਧੀਆਂ ਸਿੱਖਣ ਤੁਹਾਡੀਆਂ। ਆਹ ਦੇਸ਼ ਦੇ ਵਿੱਚ ਜਿੱਥੋਂ ਉਹ ਅੱਧੀ ਰਾਤ ਕੰਮ ਤੋਂ 12 ਵਜੇ ਆ ਸਕਦੀਆਂ ਨੇ, ਉਹ ਦਿਨ ਰਾਤ ਤੁਰੀਆਂ ਫਿਰਦੇ, ਜਿੱਥੇ ਕੋਈ ਝਾਕਦਾ ਨਹੀਂ, ਫਿਰ ਪੁੱਤ ਦੇ ਬਰਾਬਰ ਉਹਦੇ ਵੀ ਸ਼ੌਕ ਪੂਰੇ ਕਰਦੇ ਹੋ ਨਾ, ਉਹ ਵੀ ਕਰੇ। ਫਿਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ, ਮੈਨੂੰ ਇੱਕ ਜਿਹੜੀ ਬਹੁਤ ਬੌਦਰ ਕਰਦੀ ਹੈ ਉਹ ਇਹ ਹੈ ਵੀ ਸਾਡੀਆਂ ਧੀਆਂ ਦੀ ਸਿਹਤ ਤਕੜੀ ਨਹੀਂ ਹੈ। ਉਹਨਾਂ ਦਾ ਡਾਇਟ ਦਾ ਜਿਹੜਾ ਸਿਸਟਮ ਹੈ ਨਾ, ਉਹ ਮਾਮਾ ਦੇ ਹੱਥ ਨਹੀਂ, ਇਕੱਲੇ ਪਿਓ ਦੇ ਵੀ ਹੱਕ ਨਾਲ ਆ। ਕਹਿ ਕੇ ਧੱਕੇ ਨਾਲ ਪੁੱਤ ਆ ਖਾਣਾ ਪੈਣਾ। ਕੁਛ ਤਾਂ ਕੁਦਰਤ ਨੇ ਉਹਨਾਂ ਨੂੰ ਸਰੀਰ ਉਹ ਜਿਹੇ ਦਿੱਤੇ ਨੇ ਵੀ ਉਹਨਾਂ ਨੂੰ ਦਾਤੇ ਨੇ ਬੰਤਰ ਉਹ ਜਿਹੀ ਦਿੱਤੀ। ਪਰ ਜੇ ਉਹ ਸਰੀਰ ਦੇ ਵਿੱਚ ਉਹਦੀ ਤਕੜਾਈ ਹੋਵੇ, ਕੱਦ ਹੋਵੇ 6.25 ਫੁੱਟ, ਚਲੋ ਉਹ ਵੀ ਮਾਲਕ ਦੇ ਹੱਥ ਹੈ, ਜਿੰਨਾ ਜਿਹੜੇ ਮਾਪਿਆਂ ਜਿੱਡਾ ਹੀ ਹੋਣਾ, ਤੇ ਉਹਦੇ ਬਾਅਦ ਉਹਦਾ ਜੁੱਸਾ ਤਕੜਾ ਹੋਵੇ, ਤੁਹਾਨੂੰ ਵਧੀਆ ਲੱਗੇ ਵੀ ਮੇਰੀ ਧੀ ਆ, ਦੇਖ ਇਹਦਾ ਇਹ ਤਕੜੀ ਹੈ। ਤੇ ਧੀ ਦੇ ਨਾਲ ਤੁਸੀਂ ਖੁੱਲੀ ਗੱਲ ਕਰ ਸਕੋ, ਤੁਹਾਨੂੰ ਉਹਦੇ ਨਾਲ ਉਹਨੂੰ ਇੰਨਾ ਮਾਣ ਤੁਸੀਂ ਦਿੱਤਾ ਹੋਵੇ ਕਿ ਧੀ ਤੁਹਾਡੇ ਨਾਲ ਹਰ ਗੱਲ ਕਰੇ, ਉਹਦੀ ਜ਼ਿੰਦਗੀ ਦੀ, ਉਹਦੀ ਸਰੀਰ ਦੀ, ਉਹਦਾ ਜ਼ਿੰਦਗੀ 'ਚ ਆਉਣ ਵਾਲੇ ਸਾਥੀ ਦੀ, ਉਹਨੂੰ ਤੁਸੀਂ ਮਾਣ ਦਿੱਤਾ ਹੋਵੇ, ਤੁਹਾਡੇ ਨਾਲ ਗੱਲ ਕਰੇ ਵੀ ਡੈਡ ਆਹ ਇਸ ਤਰ੍ਹਾਂ ਗੱਲ। ਇਹ ਤੁਹਾਨੂੰ ਬਹੁਤ ਵੱਡੀ ਗੱਲ ਹੈ। ਉਹਦਾ ਕੋਈ ਪਰਸਨਲ ਕੋਈ ਚੀਜ਼ ਹੈ, ਉਹ ਮਾਂ ਤੋਂ ਮੰਗਾਉਣ ਦੀ ਜਗ੍ਹਾ ਤੁਹਾਨੂੰ ਵੀ ਕਹੋ ਡੈਡਾ ਮੇਰੀ ਚੀਜ਼ ਲਿਆ ਦਿਓ ਉੱਥੋਂ। ਕੀ ਫਰਕ ਹੈ? ਅੰਡਰ ਗਾਰਮੈਂਟਸ ਨੇ ਜਵਾਕ ਦੇ, ਤੁਸੀਂ ਪੁੱਤ ਨੂੰ ਕਹਿ ਜਾਵੇ ਤੈਨੂੰ ਲਿਆ ਕੇ ਦੇਵਾਂ, ਤੈਨੂੰ ਬਣਾਣਾ ਲੈ ਦੀ, ਤੇਰੇ ਅੰਡਰਵੇਅਰ ਲੈ ਦੀ, ਧੀ ਤੁਹਾਨੂੰ ਕਹਿ ਦੇਵੇ ਠੀਕ ਹੈ, ਉਹ ਸਟੋਰ ਹੋਰ ਦੇ ਤੁਹਾਨੂੰ ਜਾਣਾ ਔਖਾ ਹੈ, ਪਰ ਉਹਨੂੰ ਮਾਣਤਾ ਇਹਨਾਂ ਦਿੱਤਾ ਹੋਵੇ ਨਾ ਤੁਹਾਡਾ, ਬਈ ਉਹਨੂੰ ਇਹ ਨਾ ਲੱਗੇ ਵੀ ਪੁੱਤ ਗੱਲ ਇਹ ਡੈਡ ਨੂੰ ਕਹਿ ਦਿੰਦਾ ਮੇਰਾ ਵੀਰ, ਮੈਂ ਨਹੀਂ ਕਹਿ ਸਕਦਾ। ਤੇ ਉਹਨੂੰ ਐਡੀ ਵੱਡੀ, ਔਰ ਇਹ ਬਹੁਤ ਗੱਲਾਂ ਨੇ ਜਿਹੜੀ ਧੀ ਪਿਓ ਨੂੰ ਦੱਸ ਦਿੰਦੀ ਹੈ, ਮਾਂ ਨੂੰ ਨਹੀਂ ਦੱਸਦੀ। ਇਹ ਤੁਹਾਨੂੰ ਉਹ ਜਿਹੜੀ ਵਿੰਡੋ ਓਪਨ ਕਰਨੀ ਪੈਣੀ, ਇਹ ਤੁਹਾਨੂੰ ਉਹ ਦੱਸੇ। ਸਕੂਲ 'ਚ ਕਿਸੇ ਨੇ ਗੱਲ ਹੋ ਗਈ, ਕਿਸੇ ਮੁੰਡੇ ਨੇ ਕੋਈ ਗੱਲ ਕਹਿਤੀ, ਉਹਦੀ ਜ਼ਿੰਦਗੀ ਦੇ ਵਿੱਚ ਕਿਸ ਸਮੇਂ ਤੇ ਬੰਦੇ ਨੇ ਆਉਣਾ ਕਿਸੇ ਨੇ, ਤੇ ਉਹਨੂੰ ਤੁਸੀਂ ਰੱਖੋ ਉਸ ਜਗ੍ਹਾ ਤੇ, ਉਹ ਤੁਹਾਨੂੰ ਦੱਸੇ ਵੀ ਡੈਡ ਮੇਰੇ ਆਹ ਇਸ ਤਰ੍ਹਾਂ ਕੋਈ ਮੁੰਡਾ ਇਸ ਤਰ੍ਹਾਂ ਜ਼ਿੰਦਗੀ 'ਚ ਆ ਰਿਹਾ, ਆਹ ਉਹਦੀ ਪੜ੍ਹਾਈ ਆ, ਠੀਕ ਆ ਪੁੱਤ ਤੂੰ ਉਹਨੂੰ ਹੋਰ ਜਿਹੜਾ ਸਿਕਿਉਰ ਕਰ,
ਫਿਰ ਅਸੀਂ ਇਨਵੋਲਵ। ਇੱਕ ਮੈਂ ਬੇਨਤੀ ਕਰਾਂ ਹੱਥ ਜੋੜ ਕੇ, ਮੇਰੇ ਵੀ ਧੀ ਆ ਤੁਹਾਡੇ ਵੀ ਸੁਣਦੇ, ਜਿਹੜਾ ਨਾ ਸਾਡੇ ਦਿਮਾਗ ਦੇ ਵਿੱਚ ਭਰਿਆ ਹੋਇਆ ਵੀ ਇੱਥੇ ਸਾਡੀ ਧੀ ਕਿਸੇ ਦੇ ਜ਼ਿੰਦਗੀ ਦੇ ਵਿੱਚ ਉਹਦਾ ਸਮਾਂ ਉਹਨਾਂ ਨੇ ਵਿਆਹ ਕਰਾਉਣਾ, ਯੰਗ ਉਹਦੀ ਉਮਰ ਆ, ਕਿਸੇ ਮੁੰਡੇ ਨੂੰ ਮਿਲਦੀ ਹੈ, ਜਿਹੜਾ ਸਾਡੇ ਵਾਲਾ ਉੱਥੇ ਵਾਲਾ ਜੁਗਾੜ ਹੈ ਉਹ ਨਹੀਂ ਇੱਥੇ ਦਿਮਾਗ ਦੇ ਵਿੱਚ ਰੱਖਣੀ। ਉੱਥੇ ਤਾਂ ਇਹ ਆ ਵੀ ਜੇ ਕੋਈ ਸਕੂਟਰ ਤੇ ਕਿਸੇ ਨੂੰ ਕੁੜੀ ਕੋਈ ਚਲੇ ਗਏ ਬਸ ਇਹ ਤਾਂ ਇਹਨਾਂ ਤਾਂ ਹੁਣ ਦਰਖਤ ਨਾਲ ਬੰਨ ਲਓ ਦੋਨਾਂ। ਇੱਥੇ ਵੀ ਅਸੀਂ ਉਸ ਨਿਗਾਹ ਨਾਲ ਹੀ ਦੇਖਦੇ ਵੀ ਮੇਰੀ ਧੀ ਕਿਸੇ ਦੋਸਤ ਨੂੰ ਉਹਦਾ ਆਪਣੇ ਨੂੰ ਮਿਲਣ ਗਈ ਆ, ਬਸ ਪੱਟੇ ਗਏ, ਹੁਣ ਨਹੀਂ ਰਹਿੰਦੇ, ਹੁਣ ਤਾਂ ਕੱਖੇ ਕੋਈ। ਮੁੰਡਾ ਆਪਣੀ ਗਰਲਫ੍ਰੈਂਡ ਨੂੰ ਲੈ ਆਵੇ, ਉਹ ਆ ਨੂੰ ਆ ਸਾਡੀ, ਆਜੋ ਭਾਈ, ਬਹਿ ਜਾਓ ਭਾਈ, ਬੈਠੋ ਭਾਈ, ਸ਼ਾਬਾਸ਼ ਭਾਈ। ਤੇ ਮੁੰਡਾ ਜੇ ਕੁੜੀ ਦੇ ਨਾਲ ਉਹਦਾ ਦੋਸਤ ਆ ਜਾਵੇ, ਕੀ ਜੱਫੀ ਪਾ ਸਕਦੇ ਹੋ? ਕੀ ਕਰ ਦਿਓਗੇ ਇਲਾਕਾ ਤੇ ਗੋਤ? ਫਿਰ ਹੱਥ ਤਾਂ ਤੁਹਾਡੇ ਕੁਛ ਨਹੀਂ ਹੈ। ਮਤਲਬ ਇਹ ਤਾਂ ਉਹ ਮੁੱਛ ਨੂੰ ਹੋੜੇ ਨੇ, ਹੱਥ ਹੁੱਥ ਨਹੀਂ ਹੈ ਵਾਲਾ। ਜੇ ਉਹ ਕਮਿਟਮੈਂਟ ਉਹਨਾਂ ਦੀ ਹੋ ਗਈ ਫਿਰ ਤੁਸੀਂ ਧੀਆਂ ਕਰਦੀਆਂ ਹੀ ਨਹੀਂ, ਬਹੁਤ ਘੱਟ ਕਰਦੀਆਂ ਨੇ, ਬਹੁਤ ਪਰਸੈਂਟੇਜ ਘੱਟ ਹੈ। ਉਹ ਪਿਓ ਦੀ ਪੱਗ ਵੱਲ ਵੇਖਦੀਆਂ ਹਰ ਵਾਰ। ਤੇ ਮੈਂ ਕਿਸੇ ਜਿਹੇ ਤਰੀਕੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਹੋ ਗਿਆ, ਉਹ ਅਲੱਗ ਹੈ ਗੱਲ। ਜੇ ਮਾਪਿਆਂ ਨੇ ਉਹਨੂੰ ਖੁੱਲ੍ਹ ਦਿੱਤੀ ਹੋਈ ਹੈ, ਮਾਪੇ ਉਸ ਤਰ੍ਹਾਂ ਜੀਵੇ ਹੋਏ ਨੇ, ਪੀੜ੍ਹੀਆਂ ਦਾ ਫਰਕ ਪੈ ਗਿਆ ਤੇ ਉਹਨਾਂ ਨੂੰ ਇਹ ਵੀ ਨਹੀਂ ਪੁੱਤ ਕੋਈ ਮੈਟਰ ਨਹੀਂ ਹੈ ਸਰ। ਉਹ ਜੇ ਹੁਣ ਧਰਮ ਨੂੰ ਮੈਂ ਮੰਨਦਾ, ਅੱਜ ਬਾਪੂ ਦਾ ਅਵਤਾਰ ਦਿਹਾੜਾ, ਜੇ ਉਹਨੂੰ ਮੈਂ ਵੇਖਦਾ, ਉਹਨੇ ਬਾਟੇ ਦੇ ਨਾਲ ਪੰਜਾਂ ਨੂੰ ਮੂੰਹ ਲਵਾਤਾ ਸੀ ਤੇ ਪਹਾੜੀ ਰਾਜੇ ਟੱਪਣ ਲੱਗ ਗਏ। ਉਹ ਕਹਿੰਦੇ ਇਹਨਾਂ ਦਾ ਤਾਂ ਜਿਹਨਾਂ ਨੂੰ ਅਸੀਂ ਕਰਦ ਨਹੀਂ ਫੜਾਉਂਦੇ ਤੇ ਉਹਨਾਂ ਦੇ ਗਾਤਰੇ ਕਿਰਪਾਨ ਪਾਤੀ, ਜਿਹਨੂੰ ਅਸੀਂ ਖੱਚਰ ਨਹੀਂ ਫੜਾਉਂਦੇ ਉਹਨਾਂ ਨੂੰ ਵੀ ਘੋੜੇ ਤੇ ਚਾੜਤਾ। ਅਸੀਂ ਤੇਰੇ ਨਾਲ ਕਿੱਥੇ ਬਹਿ ਜੀ, ਆ ਜਾਓ ਬਹਿ ਜਾ, ਮੌਜਾਂ ਕਰੋ, ਫਿਰ ਆਓ ਜੁੱਤੀਆਂ ਰੰਗ ਜੇਬ ਤੋਂ, ਮੈਂ ਤਾਂ ਮੂਹਰੇ ਖੜੂ ਉਹਦੇ। ਸੋ ਇਹ ਮੈਂ ਕੁਝ ਕਾਲਰ ਨੇ। ਸ਼ਿੰਗਾਰਾ ਸਿੰਘ ਜੀ, ਲਾਈਨ ਨੰਬਰ 2। ਹੈਲੋ ਜੀ ਸ਼ਿੰਗਾਰਾ ਸਿੰਘ ਜੀ, ਸਤਿ ਸ੍ਰੀ ਅਕਾਲ। ਹਾਂਜੀ, ਉਹ ਮੈਂ ਤਾਂ ਭਾਈ ਪੁੱਛਣਾ, ਮੈਂ ਪੈਸੇ ਲਿਖਾਏ ਹੋ ਸੀਗੇ, ਉਹ ਆਇਆ ਨਹੀਂ ਉਹਨਾਂ ਦਾ ਕੋਈ, ਮੈਂ ਉੱਥੇ ਜਾ ਕੇ ਦੇ ਕੇ ਆਵਾਂ ਜਾਂ ਵੀਜ਼ਾ ਕਰਕੇ ਉੱਥੇ ਫੋਨ ਕਰਾਵਾਂ? ਮਾੜਾ ਜਿਹਾ ਫੋਨ ਕਰਕੇ ਦੇ ਦਿਓ ਜੀ, ਫੋਨ ਕਰਕੇ ਵੀਜ਼ਾ ਲਿਖਾ ਦਿਓ 604 204 0600 ਤੇ। ਚਲੋ ਠੀਕ ਆ। ਮੈਂ ਕਿਹਾ ਨਹੀਂ, ਮੈਂ ਉੱਥੇ ਜਾ ਕੇ ਫੜਾਇਆ ਹੁੰਦਾ, ਮੈਂ ਲਿਖਾਇਆ ਸੀਗਾ। ਹਾਂਜੀ ਜਾਇਆ ਜੀ, ਜਾਇਆ। ਧੰਨਵਾਦ ਬਾਈ ਜੀ, ਬਹੁਤ ਬਹੁਤ ਧੰਨਵਾਦ। ਪਰਮ ਧਾਲੀਵਾਲ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਵਧੀਆ। ਵੈਸੇ ਧੀਆਂ ਨਾਲ ਫਰਕ ਨਹੀਂ ਕਰਨਾ ਚਾਹੀਦਾ। ਮੈਨੂੰ ਤਾਂ ਵੈਸੇ ਮੇਰਾ ਮੁੰਡਾ ਵੀ ਕਹਿ ਦਿੰਦਾ ਇਹ ਦਇਆ ਦਾ ਚਮਚਾ ਆ, ਤੇ ਮੈਂ ਸਾਰਾ ਕੁਛ ਈਵਨ ਰੱਖਿਆ ਹੋਇਆ, ਈਵਨ ਵਸੀਅਤ ਵੀ ਕਰਾਈ ਆ, ਉਹਦੇ ਚ 50-50 ਆ ਦੋਨਾਂ ਦਾ, ਕੋਈ ਫਰਕ ਨਹੀਂ ਰੱਖਿਆ। ਤੇ ਮੈਂ ਧੀਆਂ ਬਾਰੇ ਇੱਕ ਗੀਤ ਲਿਖਿਆ ਸੀ, ਮੈਂ ਜੇ ਤੁਸੀਂ ਹੁਣੇ ਹੀ ਗੱਲ ਕੀਤੀ ਵੀ ਜਿਹੜੇ ਘਰ ਚ ਹੁੰਦੀ ਹੈ ਤੇ ਉਹਨੂੰ ਹੀ ਪਤਾ ਹੁੰਦਾ ਵੀ ਉਹਦੀ ਖੁਸ਼ੀ ਕੀ ਹੁੰਦੀ ਹੈ। ਮੈਂ ਉਹ ਟੱਪਾ ਇੱਕ ਤੁਹਾਨੂੰ ਵਿੱਚੋਂ ਸੁਣਾਉਣਾ, ਉਹਦੇ ਸੁਣਾ ਸਕਦਾ? ਹਾਂਜੀ। ਧੀਆਂ ਬਿਨਾ ਦੁਨੀਆ ਅਧੂਰੀ, ਮੁੰਡਿਆਂ ਨਾਲ ਨਾ ਪੈਂਦੀ ਪੂਰੀ, ਜਿਹੜੇ ਘਰ ਵਿੱਚ ਧੀ ਨਹੀਂ ਹੈਗੀ ਸਮਝੋ ਉੱਥੇ ਖੁਸ਼ੀ ਅਧੂਰੀ। ਉਹ ਵੇੜਾ ਖਿੜਿਆ ਰਹਿੰਦਾ ਜਿੱਥੇ ਖੇਡਾਂ ਖੇਡਣ ਧੀਆਂ, ਜਿਉਂਦੀਆਂ ਵਸਦੀਆਂ ਰਹਿਣੀਆਂ ਧੀਆਂ, ਰੱਬ ਦੀ ਰਹਿਮਤ ਹੁੰਦੀਆਂ ਨੇ ਧੀਆਂ, ਜਿਉਂਦੀਆਂ ਵਸਦੀਆਂ ਰਹਿਣੀਆਂ ਧੀਆਂ, ਰੱਬ ਦੀ ਰਹਿਮਤ ਹੁੰਦੀਆਂ ਨੇ ਧੀਆਂ। ਥੈਂਕ ਯੂ ਜੀ। ਧੰਨਵਾਦ ਪਰਮ ਬਹੁਤ। ਤੇ ਬਾਈ ਜੀ ਦੀ ਬੇਟੀ ਨੇ ਕੀਪ ਕੈਨੇਡਾ ਕਲੀਨ, ਜਿਹੜੀ ਪਰਮ ਦੀ ਰਾਣੀ ਧੀ ਨੇ, ਦਇਆ ਨੇ, ਉਹਨੇ ਕੀਪ ਕੈਨੇਡਾ ਕਲੀਨ, ਉਹਨੇ ਮੁਹਿੰਮ ਤੋਰੀ। ਜਿਹੜੇ ਆਹ ਆਪਣੇ ਖੰਭਿਆਂ ਤੇ ਜੀ 3 ਸਾਲ ਪੁਰਾਣੇ ਗਾਇਕਾਂ ਦੀਆਂ ਫੋਟੋ ਲੱਗੇ ਪੋਸਟਰ ਪੱਟਤੇ, ਸਾਰੇ ਸਾਫ਼ ਕਰਤੇ, ਪੂਰੀ ਕਮਿਊਨਿਟੀ ਨਾਲ ਤੋਰ ਲਈ ਤੇ ਉਹਨੂੰ ਮਾਨ ਦਿੱਤਾ ਮੇਅਰ ਮੁਕੱਲਮ ਨੇ ਸੱਦ ਕੇ। ਸਰ ਬਰਿੰਦਰ ਸਿੰਘ ਜੀ, ਲਾਈਨ ਨੰਬਰ 2। ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗਿੱਲ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਅੱਜ 23 ਪੋਹ ਹੈ, 10ਵੇਂ ਪਾਤਸ਼ਾਹ ਦੇ ਜਨਮ ਦਿਹਾੜੇ ਦੀ ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈ। ਦੂਸਰਾ ਜਿਹੜਾ ਤੁਸੀਂ ਧੀਆਂ ਬਾਰੇ ਗੱਲ ਛੇੜੀ ਹੈ, ਇਹ ਪਹਿਲਾਂ ਵੀ 2-3 ਆਪਾਂ
ਮੰਗਲਵਾਰ ਤੇ ਆ ਗਈ ਆ, ਬਹੁਤ ਵਧੀਆ ਹੈ। ਪਰ ਹਾਲੇ ਵੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ 'ਚ ਤਾਂ 5% ਵੀ ਫਰਕ ਨਹੀਂ ਪਿਆ। ਹਾਲੇ ਵੀ ਉਹੀ ਜਿਹੜਾ ਪਤਾ ਨਹੀਂ ਕਿਉਂ ਲੋਕ ਸਮਝ ਨਹੀਂ ਰਹੇ। ਤੇ ਇੱਥੇ ਵੀ ਮੈਂ ਵੇਖਿਆ ਸਾਡੇ, ਮੇਰਾ ਖਿਆਲ ਹੈ ਵੀ 50% ਲੋਕਾਂ ਦੇ ਵਿੱਚ ਹਾਲੇ ਵੀ ਕੁੜੀਆਂ ਤੇ ਬੰਦਿਸ਼ਾਂ ਹੈ। ਉਹ ਜਿਹੜੀ ਮਤਲਬ ਕੁੜੀਆਂ ਨੂੰ ਗਾਈਡੈਂਸ ਦੇਣ ਦੀ ਲੋੜ ਹੈ, ਉਹ ਹਾਲੇ ਵੀ ਹੈ ਨਹੀਂ ਗੀ। ਖਾਸ ਕਰਕੇ ਜਿਹੜੇ ਸਾਡੇ ਅਨਪੜ੍ਹ ਬੰਦੇ ਉੱਥੋਂ ਜ਼ਿਆਦਾ ਆਏ ਹੋਏ ਆ, ਉਹਨਾਂ ਵਿੱਚ ਜ਼ਿਆਦਾ। ਕੁਛ ਇੱਕ ਪੜ੍ਹੇ ਲਿਖੇ ਆ, ਉਹਨਾਂ ਨੇ ਇਸ ਨੂੰ ਮੇਨਟੇਨ ਕੀਤਾ। ਪਰ ਦੂਸਰੇ ਪਾਸੇ ਕੁਛ ਗੱਲਾਂ ਇਹੋ ਜਿਹੀਆਂ ਵੀ ਹੈ ਵੀ ਜਿਹੜੀਆਂ ਪੰਜਾਬ ਵਿੱਚੋਂ, ਮੈਂ ਇੱਕ ਉਦਾਹਰਨ ਦਿੰਦਾ, ਉੱਥੇ ਇੱਕ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਅਜਿਹਾ ਬੰਦਾ ਕਿਸੇ ਹਾਈ ਲੈਵਲ ਤੇ ਬੈਠਾ ਹੈ, ਐਜੂਕੇਸ਼ਨ ਵਿੱਚ ਹੈ, ਉਹ ਆਪਣੀ ਧੀ ਦੇ ਨਾਲ ਬੈਠ ਕੇ ਸ਼ਰਾਬ ਪੀਂਦਾ ਤੇ ਬੜੇ ਫਖਰ ਨਾਲ ਲੋਕਾਂ ਨੂੰ ਕਹਿੰਦਾ ਦੇਖੋ ਜੀ ਇਹੋ ਜਿਹਾ ਤਾਂ ਕੋਈ ਪੈਗ ਹੀ ਨਹੀਂ ਬਣਾ ਸਕਦਾ। ਯਾਨੀ ਉਹ ਵੀ ਜਿਹੜੀ ਐਕਸਟ੍ਰੀਮਿਜ਼ਮ ਹੈ ਉਹ ਵੀ ਗਲਤ ਹੈ, ਤੇ ਜਿਹੜਾ ਬਿਲਕੁਲ ਸਨੱਬ ਕਰਕੇ ਰੱਖਣਾ ਉਹ ਤਾਂ ਗਲਤ ਹੈ ਹੀ ਹੈ। ਯਾਨੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਬੜੇ ਤੁਹਾਡੀ ਪਤੇ ਦੀ ਗੱਲ ਹੈ ਕਿ ਅਸੀਂ ਉਹਨਾਂ ਦੇ ਦੋਸਤ ਬਣ ਕੇ ਖੜੀਏ, ਉਹਨਾਂ ਦੇ ਮਤਲਬ ਹਰ ਗੱਲ ਸਾਂਝੀ ਕਰੀਏ। ਤੇ ਧੀਆਂ ਵਾਕਿਆ ਹੀ ਪੁੱਤਾਂ ਨਾਲੋਂ ਮਾਪਿਆਂ ਦਾ ਵੱਧ ਪਿਆਰ ਕਰਦੀਆਂ, ਉਹਨਾਂ ਨੂੰ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਧੀਆਂ ਸਾਹਮਣੇ ਹੁੰਦੀਆਂ। ਇਹ ਗੱਲ ਕੋਈ ਕਿਸੇ ਤੋਂ ਗੁੱਝੀ ਨਹੀਂ। ਤੁਸੀਂ ਬੜਾ ਸੋਹਣਾ ਇਸ ਢੰਗ ਨਾਲ ਵਿਆਖਿਆ ਕਰ ਰਹੇ ਹੋ, ਇਹਨੂੰ ਜਾਰੀ ਰੱਖੋ। ਬਹੁਤ ਵਧੀਆ ਗੱਲ ਹੈ। ਸ਼ਾਇਦ ਕੁਝ ਲੋਕਾਂ ਨੂੰ ਇਹਦੀ ਸਮਝ ਆ ਜੇ ਤੇ ਸਾਡੇ ਸਮਾਜ ਵਿੱਚ ਕੋਈ ਤਬਦੀਲੀ ਆ ਜਾਏ, ਕਿਉਂਕਿ ਤਬਦੀਲੀ ਲਿਆਉਣ ਵਿੱਚ ਜਿਹੜਾ ਧੀਆਂ ਦਾ ਯੋਗਦਾਨ ਆ ਉਹਦੇ ਤੇ ਇੱਕ ਐਪੀਸੋਡ ਜ਼ਰੂਰ ਲਿਆਓ ਕਿ ਇਤਿਹਾਸ ਦੇ ਵਿੱਚ ਧੀਆਂ ਨੇ ਕਿਵੇਂ ਦੁਨੀਆ ਨੂੰ ਬਦਲਿਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਜ ਦੇ ਵਿੱਚ ਜਿਨ੍ਹਾਂ ਨੇ ਸੇਧ ਦਿੱਤੀ ਉਹਨਾਂ ਦੇ ਬਾਰੇ ਵੀ ਇੱਕ ਦਿਨ ਲਿਸਟ ਬਣਾ ਕੇ ਸਾਰੇ ਕੰਮਾਂ 'ਚ ਕਿਤੇ ਵੀ ਉਹ ਜ਼ਰੂਰ। ਬਹੁਤ ਸੁਪਨੇ ਨੇ ਕਈ ਵਾਰ, ਜਿੱਥੇ ਕੱਲ ਨਵਜੋਤ ਢਿੱਲੋਂ ਨਾਲ ਮੈਂ ਗੱਲਬਾਤ ਕਰ ਰਿਹਾ ਸੀ ਤਾਂ ਦੂਜੇ ਪਾਸੇ ਉਹ ਕਹਿੰਦੀ ਮੈਂ IPS ਆਫੀਸਰ ਬਣਨਾ ਚਾਹੁੰਦੀ ਸੀ। ਉਹ ਕਹਿੰਦੇ ਕਿ ਮੈਂ ਕਿਰਨ ਬੇਦੀ ਵਾਂਗੂ ਮੈਂ ਬਣਨਾ ਚਾਹੁੰਦੀ ਸੀ, ਫਿਰ ਮੈਂ ਵਕੀਲ ਬਣਨਾ ਚਾਹੁੰਦੀ ਸੀ। ਪਰ ਨਹੀਂ, ਕਈ ਵਾਰ ਬਹੁਤ ਚੀਜ਼ਾਂ ਘਰ ਦੇ ਵਿੱਚ ਜਿਹੜੀਆਂ ਮਾਪੇ ਨਹੀਂ ਕਰਦੇ। ਪਰ ਇੱਥੇ ਪਹਿਲੀ ਤਾਂ ਗੱਲ, ਇਹਨਾਂ ਦਾ ਬੌਧਿਕ ਪੱਧਰ ਐਡਾ ਕਰਦੇ ਹੋ, ਪੜ੍ਹਾਈ ਇਹਨਾਂ ਦੀ ਐਡੀ ਕਰਦੇ ਹੋ ਵੀ ਕੱਲ ਨੂੰ ਤੁਸੀਂ ਅੱਖਾਂ ਮੀਚ ਜਮੋ ਇਹ ਕਿਸੇ ਵੱਲੇ ਫਾਈਨੈਂਸ਼ੀਅਲੀ ਜਿਹੜੀ ਹੈ ਆਰਥਿਕਤਾ ਦੇ ਤੌਰ ਤੇ ਕਿਸੇ ਵੱਲ ਝਾਕ ਕੇ ਨਾ ਤੁਹਾਡੀ ਧੀ, ਉਹ ਬਰਾਬਰ ਦੀ ਕਮਾਊ ਹੋਵੇ, ਉਹਦੀ ਜ਼ਿੰਦਗੀ 'ਚ ਕੋਈ ਠੱਬਲ ਠੋੜੇ ਆ ਗਏ ਤਾਂ ਉਹਨੂੰ ਕੋਈ ਤੰਗੀ ਨਾ ਹੋਵੇ ਵੀ ਉਹ ਅੱਜ ਪੈਸੇ ਖੁਣੋ ਬਾਪ ਨੂੰ ਮਾਂ ਨੂੰ ਯਾਦ ਕਰ ਰਹੇ। ਬਿਲਕੁਲ ਭਾਈ ਉਹਦਾ ਕੋਲ ਭੈਣ ਹੋਣਗੇ, ਸਿਬਲਿੰਗ ਹੋਣਗੇ, ਕਜ਼ਨ ਹੋਣਗੇ, ਉਹ ਨਹੀਂ ਉਹ ਕੱਲੀ ਹੋਊਗੀ। ਜਿਵੇਂ ਆਪਾਂ ਕਿਹੜਾ ਕੱਲੇ ਆ, ਹੁਣ ਆਪਣੇ ਦਾਦੇ ਕਿਹੜਾ ਦੇਖਦੇ ਆ, ਪਰ ਉਹਦੇ 'ਚ ਕੌਨਫੀਡੈਂਸ ਇੰਨਾ ਹੋਵੇ, ਉਹਦਾ ਦੇਖ ਕੇ 12ਵੀਂ 'ਚ ਉਹ ਕੀ ਕਰਨਾ ਚਾਹੁੰਦੀ, ਕੀ ਪੜ੍ਹਨਾ ਚਾਹੁੰਦੀ ਹੈ, ਪ੍ਰੋਫੈਸ਼ਨਲ ਕੀ ਬਣਨਾ ਚਾਹੁੰਦੀ ਹੈ, ਬਿਜ਼ਨਸ ਪਾਸੇ ਜਾਣਾ ਚਾਹੁੰਦੀ ਹੈ, ਕੀ ਕਰਨਾ ਚਾਹੁੰਦੀ ਹੈ, ਉਹਨੂੰ ਤਿਆਰ ਕਰੋ, ਉਹਨੂੰ ਤੰਗੀ ਨਾ ਹੋਵੇ ਕੋਈ। ਜਿੱਥੇ ਤੱਕ ਉਹ ਪੜ੍ਹਦੀ ਹੈ, ਇੱਥੇ 25-24 ਵਾਲੇ ਵਿਆਹ ਦਾ ਰੌਲਾ ਤਾਂ ਪੈ ਜਾਂਦਾ। ਖੈਰ ਉਮਰ ਤਾਂ 30 ਤੋਂ ਥੱਲੇ ਆ, ਵਿਆਹ ਹੋ ਜਾਵੇ ਤਾਂ ਬਹੁਤ ਵਧੀਆ, ਪਰ ਉਹ ਪੜ੍ਹਨ ਕਰਨ, ਮਾਸਟਰਸ ਘੱਟੋ ਘੱਟ ਮਾਸਟਰਸ ਕਰਨ ਧੀਆਂ ਜਿਹੜੀਆਂ, ਚਾਹੇ ਉਹ ਡਾਕਟਰ ਵਾਲੇ ਪਾਸੇ MD ਕਰਕੇ ਹੀ ਆਉਂਦੀਆਂ ਨੇ, ਲਾਅ ਵਾਲੇ ਪਾਸੇ ਚਲੇ ਜਾਣ, ਇੰਜੀਨੀਅਰਿੰਗ ਵਾਲੇ ਪਾਸੇ ਚਲੇ ਜਾਣ, ਬਿਜ਼ਨਸ ਵਾਲੇ ਪਾਸੇ ਜਾਣ, ਪਰ ਕਰਕੇ ਆਉਣ MBA ਕੀਤੀ ਹੋਵੇ। ਇਹ ਉਹਦੇ ਵਿੱਚ ਉਹ ਪੱਧਰ ਉਹਦਾ ਦੇ ਦਿਓ। ਜੇ ਘਰੋਂ ਦਓਗੇ ਤਾਂ ਹੀ ਜਾਣਾ ਉਹਨੂੰ। ਜਿਹੜੀ ਘਰੋਂ ਜਦ ਕੰਪਲੀਸ਼ਨ ਨਾ ਹੋਈ, ਘਰੇ ਡਰ ਰਿਹਾ, ਬਾਹਰ ਉਹਨੇ ਕੀ ਕਰਨਾ। ਕਈ ਇਹ ਵੀ ਨਾ ਕਰੋ, ਕਈ ਵਾਰ ਮਾਪਿਆਂ ਦਾ ਉਹਨਾਂ ਦੀ ਧੀਆਂ ਨੂੰ ਪੈਸੇ ਕਮਾਉਣ ਲਾਓ, ਪੈਸੇ ਉਹ ਵੀ ਨਹੀਂ ਹੈ। ਪੜ੍ਹਾਈ ਬਹੁਤ ਜ਼ਰੂਰੀ ਹੈ, ਪੈਸੇ ਤਾਂ ਕਮਾਏ ਜਾਣਗੇ, ਪੈਸੇ ਤਾਂ ਉਹਨੇ ਕਮਾ ਹੀ ਲੈਣੇ, ਪਰ ਉਹਦੇ ਕੋਲ ਡਿਗਰੀਆਂ ਜਿਹੜੀਆਂ ਨੇ ਉਹ ਬਹੁਤ, ਉਹਦੇ ਬਾਅਦ ਉਹ ਕਰ ਲਵੇ ਜੋ ਕੁਛ ਮਰਜ਼ੀ ਕਰ ਲਵੇ। ਇਹ ਨਾ ਹੋਵੇ ਬਈ ਤੁਸੀਂ ਗ੍ਰੇਡ 12 ਤੋਂ ਬਾਅਦ ਉਹਨੂੰ ਕਹੇ ਆਹ ਬਿਜ਼ਨਸ ਚਾਹ ਕਰ ਲਾ, ਇੱਥੇ ਆਪਾਂ ਨੂੰ ਲੋੜ ਨਹੀਂ ਕੰਮ ਕਰਨ ਦੀ, ਕੀ $1,00,000 ਨਾਲ ਕਰਾਂਗੇ। ਇਹ ਤਾਂ ਗੱਲਾਂ ਨੇ। ਡਿਗਰੀਆਂ ਦਾ ਮੁੱਲ ਡਿਗਰੀ ਹੋਈ, $1,00,000 ਜਿਹੜਾ ਬੰਦਾ ਕਮਾਉਂਦਾ ਹੈ ਉਹਦੇ ਕੋਲ ਪੜ੍ਹਾਈ ਬਹੁਤ ਜ਼ਰੂਰੀ ਹੈ। ਔਰ ਇਹਨਾਂ ਦੇ ਕੰਮ ਜਿਹੜੇ ਇਹਨਾਂ ਬੜੇ ਸੋਹਣੇ ਨੇ, ਅਧਿਆਪਕ ਬਣ ਜਵੇ, ਉਹ ਹੋਰ ਜਿਹੜਾ ਮੋਰ ਫੈਮਿਲੀ ਓਰੀਐਂਟਡ ਕਰਕੇ ਵੀ ਕੱਲ ਨੂੰ ਉਹਦੇ ਜ਼ਿੰਦਗੀ 'ਚ ਬਾਲ ਬੱਚੇ ਹੋਣੇ ਨੇ, ਉਹਨੂੰ ਸਮਾਂ ਆਪਣੇ ਪਰਿਵਾਰ ਲਈ ਹੋਵੇ।
ਬਰਡਨ ਵਾਲਾ ਕੰਮ ਨਾ ਹੋਵੇ ਜਿਹੜਾ ਘਰੇ ਲਿਆ ਕੇ ਉਹ ਵਜ਼ਨ ਉਸ ਤਰ੍ਹਾਂ ਹੀ ਘਰੇ ਚੱਕੀ ਫਿਰ, ਜਾਂ ਉਹ ਬੈਲੈਂਸ ਕਰਨਾ ਜਾਣਦੀ ਹੋਵੇ। ਉਦੋਂ ਸਾਰੇ ਪਾਸਿਓਂ ਕੰਪਲੀਸ਼ਨ ਕਰੋ ਜ਼ਰੂਰ। ਧੰਨਵਾਦ ਜੀ ਸਾਰਿਆਂ ਦਾ। ਤੁਸੀਂ ਸੁਨੇਹੇ ਭੇਜਦੇ ਹੋ, ਪਸੰਦ ਕਰਦੇ ਹੋ ਪ੍ਰੋਗਰਾਮ। ਇਹ 3-4 ਸੈਗਮੈਂਟਸ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਆਪਾਂ ਨਾਲ ਵੀ ਕਰਦੇ ਰਹੀਦੇ ਆ ਸਦਾਈ। ਪਰ ਸਪੈਸੀਫਿਕਲੀ ਮੈਨੂੰ ਇਹ ਧੀਆਂ ਦੇ ਬਾਰੇ ਗੱਲ ਕਰਨ ਦਾ ਕੁਛ ਨਾ ਕੁਛ ਜਿਹੜਾ ਉਹ ਆਪਣੇ ਪਰਿਵਾਰਾਂ ਦੇ ਵਿੱਚ ਇਹਦਾ ਫਰਕ ਪਵੇ। ਤੇ ਪੁੱਤਾਂ ਦੀ ਵੀ ਗੱਲਬਾਤ ਮੈਂ ਸ਼ੁਰੂ ਕਰਨੀ ਹੈ ਕਿ ਇਹੋ ਜਿਹੀ ਜਿਹੜੀ ਉਹਨਾਂ ਦੀ ਜਿਹੜੀ ਅਪਬ੍ਰਿੰਗਿੰਗ ਹੈ, ਜਦ ਉਹਨਾਂ ਨੂੰ ਤਕੜੇ ਕਰ ਰਹੇ ਹੋ ਤੁਸੀਂ, ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣ ਦੀ ਵੀ ਲੋੜ ਹੈ, ਬਹੁਤ ਜ਼ਰੂਰੀ ਹੈ। ਕਿਹੜੀ ਉਮਰ ਦੇ ਵਿੱਚ ਉਹਨੂੰ ਕੀ ਕਰਾਉਣ ਦੇਣਾ ਤੁਸੀਂ, ਕੀ ਨਹੀਂ ਕਰਾਉਣ ਦੇਣਾ, ਇਹ ਵੱਡਾ ਇੱਕ ਗੱਲਬਾਤ ਹੈ। ਕੰਵਰ ਗਰੇਵਾਲ ਨੂੰ ਇੱਕ ਮਾਣ ਜਾਂਦਾ ਜਦ ਇਹ ਦਿੱਲੀ ਜਾ ਕੇ ਸਾਡੇ ਭਾਈ ਭੈਣ ਬੈਠੇ ਨੇ, ਮਾਪੇ ਬੈਠੇ ਨੇ, ਇੱਕ ਤਾਂ ਆਪ ਉੱਥੇ ਹੈ ਤੇ ਇੱਕ ਗੀਤ ਜਿਹੜੇ ਕੱਢੇ ਨੇ, ਇੱਕ ਨਵਾਂ ਹੁਣ ਬਿਲਕੁਲ ਨਵਾਂ ਗੀਤ ਜਿਹੜਾ ਇੱਕ ਉਹਨੇ ਗਾਇਆ, ਬੇਬੇ ਬਾਪੂ ਦਾ ਸੁਨੇਹਾ। ਸੁਣੋ ਤੇ ਕੱਲ ਨੂੰ ਕਹਾਣੀ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਵੀਨਾ ਵਰਮਾ ਜੀ ਦੀ ਕਹਾਣੀ ਪਿਛਲੇ ਵਾਰ ਦੀ ਤਿਆਰੀ ਕੀਤੀ ਹੋਈ ਹੈ। ਰੱਬ ਰਾਖਾ ਤੇ ਚੜ੍ਹਦੀ ਕਲਾ।